ਹੈਲੋ एवरीवन। ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪ੍ਰੋਵਾਈਡ ਕਰਵਾ ਰਹੀ ਹਾਂ ਯੂਨਿਟ 1 ਦੇ ਨੋਟਸ। ਤੁਹਾਡਾ ਜੋ ਸਬਜੈਕਟ ਹੈ ਪੈਡਾਗੋਗੀ ਆਫ ਸੋਸ਼ਲ ਸਟੱਡੀਜ਼, ਸੋ ਉਹਦੇ ਨਾਲ ਸੰਬੰਧਿਤ ਹੈ ਜੀ ਯੂਨਿਟ 1। ਇਸ ਤੋਂ ਪਹਿਲਾਂ ਮੈਂ ਯੂਨਿਟ 2, 3 ਤੇ 4 ਦੀਆਂ ਵੀਡੀਓਜ਼ ਨੂੰ ਅਪਲੋਡ ਕਰ ਚੁੱਕੀ ਹਾਂ। ਇਹ ਯੂਨਿਟ 1 ਹੈ। ਆਪਾਂ ਬੈਕ ਤੋਂ ਸਟਾਰਟ ਕੀਤੇ ਸੀਗੇ ਇਸ ਵਾਰ ਨੋਟਸ, ਕਿਉਂਕਿ ਜ਼ਿਆਦਾ ਬੱਚਿਆਂ ਦੀ ਡਿਮਾਂਡ ਜਿਹੜੀ ਸੀ 3rd 4th ਨੂੰ ਲੈ ਕੇ ਸੀਗੀ, ਤਾਂ ਕਰਕੇ ਮੈਂ ਬੈਕ ਤੋਂ ਸਟਾਰਟ ਕੀਤਾ ਸੀਗਾ। ਅਤੇ ਬਾਕੀ ਮੇਰੇ ਕੋਲ ਟਾਈਮ ਸੀ ਤਾਂ ਫਿਰ ਮੈਂ ਤੁਹਾਨੂੰ 2nd ਅਤੇ 1st ਵੀ ਜਿਹੜਾ ਪ੍ਰੋਵਾਈਡ ਹੈ ਉਹ ਕਰਵਾ ਰਹੀ ਹਾਂ। ਪਹਿਲਾਂ ਤਾਂ ਕੋਈ ਵੀ ਮੈਨੂੰ ਲੱਗਦਾ ਸੀ ਕਿ ਮੈਂ ਤੁਹਾਨੂੰ ਨਹੀਂ ਪ੍ਰੋਵਾਈਡ ਕਰਵਾ ਪਾਵਾਂਗੀ, ਬਟ ਫਿਰ ਟਾਈਮ ਮੇਰੇ ਕੋਲ ਫ੍ਰੀ ਹੋਇਆ ਤਾਂ ਫਿਰ ਮੈਂ ਤੁਹਾਡੇ ਲਈ ਬਣਾ ਪਾਈ ਨੋਟਸ। ਅਤੇ ਅੱਜ ਮੈਂ ਤੁਹਾਨੂੰ ਯੂਨਿਟ 1 ਵੀ ਜਿਹੜਾ ਹੈ ਉਹ ਵੀਡੀਓ ਅਪਲੋਡ ਕਰ ਰਹੀ ਹਾਂ ਤੁਹਾਡੇ ਲਈ। ਯੂਨਿਟ 1 ਦੇ ਵਿੱਚ ਹੈਗਾ ਜੀ ਪੈਡਾਗੋਗਿਕ ਪਲੈਨਿੰਗ। ਇਹ ਹੈ ਜੀ concept, need and importance of a lesson plan and its approaches, Herbarton approach, RCEM approach and constructivist approach। B है जी planning for teaching of social studies, annual plan, unit plan, lesson plan and short diary lesson plan। C है जी writing ICT based, model based and test based lesson plan। C है जो ਉਹਦੇ ਵਿੱਚ ਤੁਸੀਂ ਲਿਖਣਾ ਹੁੰਦਾ ਹੈ ICT ਬੇਸਡ ਦੇ ਲੈਸਨ ਪਲਾਨ ਤੁਹਾਨੂੰ ਆ ਸਕਦਾ ਲਿਖਣਾ ਐਗਜ਼ਾਮ ਦੇ ਵਿੱਚ 8 ਨੰਬਰ ਦੇ ਲਈ, ਮਾਡਲ ਬੇਸਡ ਲੈਸਨ ਪਲਾਨ ਲਿਖਣਾ ਆ ਸਕਦਾ, ਟੈਸਟ ਬੇਸਡ ਲੈਸਨ ਪਲਾਨ ਤੁਹਾਨੂੰ ਲਿਖਣਾ ਆ ਸਕਦਾ 8 ਨੰਬਰ ਦੇ ਵਿੱਚ। ਸੀ ਦੇ ਲਈ ਮੈਂ ਵੈਸੇ ਸ਼ਾਰਟ ਦੇ ਲਈ ਇਹਨਾਂ ਨੂੰ ਰੈਡੀ ਕੀਤਾ ਸੀ, A B ਮੈਂ ਕੀਤੇ ਸੀ ਲੌਂਗ ਦੇ ਲਈ ਰੈਡੀ ਤੁਹਾਡੇ ਲਈ, ਅਤੇ C ਸ਼ਾਰਟ ਦੇ ਲਈ ਸੀ। ਬਟ ਸੀ ਵੀ ਜੇਕਰ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਇਹ ਵੀ ਲੌਂਗ ਦੇ ਲਈ ਜਿਹੜਾ ਰੈਡੀ ਨੇ, ਕਿਉਂਕਿ ਪਹਿਲਾਂ ਹੀ ਵੀਡੀਓ ਇਹਨਾਂ 'ਤੇ ਬਣੀਆਂ ਹੋਈਆਂ ਨੇ। ICT ਬੇਸਡ ਲੈਸਨ ਪਲਾਨ 'ਤੇ ਵੀ ਬਣੀ ਹੋਈ ਹੈ ਵੀਡੀਓ, ਮਾਡਲ ਬੇਸਡ ਲੈਸਨ ਪਲਾਨ 'ਤੇ ਵੀ ਬਣੀ ਹੋਈ, ਅਤੇ ਟੈਸਟ ਬੇਸਡ ਲੈਸਨ ਪਲਾਨ 'ਤੇ ਵੀ ਵੀਡੀਓਜ਼ ਆਲਰੇਡੀ ਬਣੀਆਂ ਹੋਈਆਂ ਨੇ। ਜਿੰਨੇ ਵੀ ਪਾਏ ਹੋਏ ਨੇ B.Ed 3rd ਸਮੈਸਟਰ ਦੇ ਲੈਸਨ ਪਲਾਨ, ਉਹਦੇ ਵਿੱਚੋਂ ਕੋਈ ਵੀ ਇੱਕ ਲੈਸਨ ਪਲਾਨ ਤੁਸੀਂ ਰੈਡੀ ਕਰਕੇ ਜਾ ਸਕਦੇ ਹੋ। ਸਾਰਿਆਂ ਦਾ ਫਾਰਮੈਟ ਸੇਮ ਹੀ ਹੁੰਦਾ, ਬਟ ICT ਦੇ ਵਿੱਚ ਤੁਸੀਂ ICT ਦੇ ਲਿਖਣਾ ਹੁੰਦਾ ਹੈ, ਪਾਵਰ ਪੁਆਇੰਟ ਪ੍ਰੈਜੈਂਟੇਸ਼ਨ PPT ਤੋਂ ਤੁਸੀਂ ਕਰਵਾਉਣਾ ਹੁੰਦਾ। ਮਾਡਲ ਦੇ ਵਿੱਚ ਕੋਈ ਮਾਡਲ ਹੁੰਦਾ, ਉਹਦੇ 'ਤੇ ਉਹਨੂੰ ਦਿਖਾ ਕੇ ਬੱਚੇ ਨੂੰ ਸਮਝਾਉਣਾ ਹੁੰਦਾ ਹੈ। ICT ਦੇ ਵਿੱਚ PPT ਦਿਖਾ ਕੇ ਸਮਝਾਉਣਾ ਹੁੰਦਾ ਹੈ, ਅਤੇ ਟੈਸਟ ਬੇਸਡ ਦੇ ਵਿੱਚ ਇੱਕ ਟੈਸਟ ਜਿਹੜਾ ਹੈ ਉਹ ਨਿਰਧਾਰਿਤ ਕਰਨਾ ਹੁੰਦਾ ਹੈ, ਮਤਲਬ ਉਹਨੂੰ ਬਣਾਉਣਾ ਹੁੰਦਾ ਹੈ। ਸੋ ਇਹਦੀਆਂ ਵੀਡੀਓ ਦੇ ਲਿੰਕ ਨਾ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗੀ, ਤਾਂ ਤੁਸੀਂ ਉੱਥੋਂ ਦੇਖ ਲੈਣਾ। ਬਾਕੀ ਮੈਂ ਥੋੜ੍ਹੇ ਸ਼ਾਰਟ ਦੇ ਲਈ ਵੀ ਤੁਹਾਨੂੰ ਸਮਝਾਵਾਂਗੀ। A ਅਤੇ B ਆਪਾਂ ਲੌਂਗ ਦੇ ਲਈ ਕਰਾਂਗੇ 8 ਨੰਬਰ ਦੇ ਲਈ, ਠੀਕ ਹੈ। ਸੋ C ਵੀ ਕਰ ਸਕਦੇ ਹੋ, ਵੀ 8 ਨੰਬਰ ਦੇ ਲਈ ਵੈਸੇ ਵੀਡੀਓ ਅਪਲੋਡ ਹੀ ਨੇ, ਉੱਥੋਂ ਤੁਸੀਂ ਜਿਹੜਾ ਦੇਖ ਸਕਦੇ ਹੋ ਉਹਨਾਂ ਵੀਡੀਓ ਨੂੰ ਮੈਂ ਡਿਸਕ੍ਰਿਪਸ਼ਨ ਵਿੱਚ ਜ਼ਰੂਰ ਲਿੰਕ ਦਾਂਗੀ। ਸੋ ਇਹ ਸਾਰਾ ਜਿੰਨਾ ਵੀ ਹੈਗਾ ਤੁਹਾਡੇ ਲੈਸਨ ਪਲਾਨ ਦੇ ਨਾਲ ਹੀ ਜਿਹੜਾ ਸੰਬੰਧਿਤ ਹੈ। ਫਸਟ ਹੈ ਜੀ A ਪਾਰਟ ਹੈ concept, need and importance of a lesson plan and its approaches। ਪਹਿਲਾਂ ਤਾਂ ਆਪਾਂ ਲੈਸਨ ਪਲਾਨ ਦਾ ਕੰਸੈਪਟ ਕਰਾਂਗੇ, ਨੀਡ ਅਤੇ ਇੰਪੋਰਟੈਂਸ ਕਰਾਂਗੇ, ਉਸ ਤੋਂ ਬਾਅਦ ਇਹਦੀਆਂ ਅਪਰੋਚਸ ਦੇ ਬਾਰੇ ਦੇ ਵਿੱਚ ਗੱਲ ਕਰਾਂਗੇ। ਹਰਬਰਟਨ ਅਪਰੋਚ, RCEM ਅਪਰੋਚ ਅਤੇ ਕੰਸਟਰਕਟਿਵਿਸਟ ਅਪਰੋਚ। ਪਾਠ ਯੋਜਨਾ ਦੀ ਧਾਰਨਾ, ਜ਼ਰੂਰਤ, ਮਹੱਤਤਾ, ਪਾਠ ਯੋਜਨਾ ਦੀ ਪਹੁੰਚ, ਹਰਬਰਟ ਪਹੁੰਚ, RCEM ਪਹੁੰਚ ਅਤੇ ਰਚਨਾਤਮਕ ਪਹੁੰਚ। ਸਪੈਲਿੰਗ ਗਲਤ ਹੈ ਜੀ, ਹਰਬਰਟ ਦੇ ਸਹੀ ਕਰ ਲਿਓ। ਜਾਣ ਪਛਾਣ ਤੋਂ ਸਟਾਰਟ ਕਰਦੇ ਹਾਂ, ਇੰਟਰੋਡਕਸ਼ਨ ਤੋਂ। ਵੀਡੀਓ ਤੁਹਾਨੂੰ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ, ਆਪਣੇ ਫਰੈਂਡਸ ਦੇ ਨਾਲ WhatsApp ਗਰੁੱਪ ਦੇ ਵਿੱਚ ਜ਼ਰੂਰ ਸ਼ੇਅਰ ਕਰਿਆ ਕਰੋ, ਅਤੇ ਜੇਕਰ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ, ਅਤੇ ਨਾਲ ਦੀ ਨਾਲ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰ ਦਿਆ ਕਰੋ, ਤਾਂ ਜੋ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ। ਲਾਈਕ ਕਮੈਂਟ ਜ਼ਰੂਰ ਕਰਿਆ ਕਰੋ, ਕਿਉਂਕਿ ਮੈਨੂੰ ਮੋਟੀਵੇਸ਼ਨ ਮਿਲਦਾ ਅਤੇ ਮੈਂ ਹੋਰ ਵੀ ਵੀਡੀਓਜ਼ ਤੁਹਾਡੇ ਲਈ ਅਪਲੋਡ ਕਰ ਪਾਉਂਦੀ ਹਾਂ। ਇਹ ਨੋਟਸ ਨੂੰ ਲੈ ਕੇ ਆਪਣੀ ਆਖਰੀ ਵੀਡੀਓ ਹੀ ਹੋਵੇਗੀ। ਸੋ ਯੂਨਿਟ 1, ਕਿਉਂਕਿ ਪਹਿਲਾਂ ਮੈਂ ਬਾਕੀ ਕਰਵਾ ਚੁੱਕੀ ਹਾਂ, ਉਸ ਤੋਂ ਬਾਅਦ ਆਪਾਂ ਟੈਟ ਨਾਲ ਸੰਬੰਧਿਤ ਜਿਹੜੀ ਨੌਲੇਜ ਹੈ ਉਹਦੀਆਂ ਜਿਹੜੀਆਂ ਵੀਡੀਓਜ਼ ਆ ਮੈਂ ਅਪਲੋਡ ਕਰਾਂਗੀ। ਸੋ ਜ਼ਰੂਰ ਲਾਈਕ ਅਤੇ ਕਮੈਂਟ ਕਰੋ, ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਫਰੈਂਡਸ ਦੇ ਨਾਲ। ਜਾਣ ਪਛਾਣ ਹੈ ਜੀ ਮਨੁੱਖੀ ਜੀਵਨ ਦਾ ਸਭ ਤੋਂ ਮਹੱਤਵਪੂਰਨ ਸ਼ਬਦ ਯੋਜਨਾ ਹੈ, ਜਿਸ ਨਾਲ ਉਹ ਆਪਣੇ ਪੂਰੇ ਜੀਵਨ ਨੂੰ ਚੰਗੇ ਤਰੀਕੇ ਨਾਲ ਚਲਾ ਰਿਹਾ ਹੈ। ਸਿੱਖਿਆ ਦੇ ਖੇਤਰ ਵਿੱਚ ਪਾਠ ਯੋਜਨਾ ਆਪਣੀ ਅਹਿਮ ਭੂਮਿਕਾ ਨਿਭਾਉਂਦੀ ਹੈ।
ਸਿੱਖਿਆ ਦੇ ਮਹੱਤਵਪੂਰਨ ਖੇਤਰਾਂ ਵਿੱਚ ਅਧਿਆਪਕ ਅਤੇ ਸਿੱਖਣ ਲਈ ਪਾਠ ਯੋਜਨਾ ਬਹੁਤ ਜ਼ਰੂਰੀ ਹੈ। ਸਿੱਖਿਆ ਦੇ ਖੇਤਰ ਵਿੱਚ ਇਕਾਈ ਯੋਜਨਾ ਮਹੱਤਵਪੂਰਨ ਹੈ। ਪਾਠ ਯੋਜਨਾ ਦੀਆਂ ਅਲੱਗ-ਅਲੱਗ ਪਹੁੰਚਾਂ ਹੇਠ ਲਿਖੀਆਂ ਹਨ। ਹਰਬਰਟ ਪਾਠ ਯੋਜਨਾ ਪਹੁੰਚ, RCES ਪਹੁੰਚ, ਰਚਨਾਤਮਕ ਪਹੁੰਚ। ਇਹ ਅਲੱਗ-ਅਲੱਗ ਜਿਹੜੀਆਂ ਅਪਰੋਚਸ ਨੇ ਲੈਸਨ ਪਲਾਨ ਦੀਆਂ ਇਹਨਾਂ ਨੇ ਦਿੱਤੀਆਂ ਨੇ। ਸੋ ਇਹਨਾਂ ਦੇ ਬਾਰੇ ਦੇ ਵਿੱਚ ਅੱਗੇ ਗੱਲ ਕਰਾਂਗੇ। ਫਸਟ ਹੈ ਕਿ ਯੋਜਨਾ ਤੋਂ ਬਿਨਾਂ ਜਿਹੜਾ ਇਹ ਕੋਈ ਵੀ ਜਿਹੜਾ ਕੰਮ ਹੈ ਉਹ ਪੂਰਾ ਨਹੀਂ ਹੋ ਸਕਦਾ। ਹਰ ਕੰਮ ਦੇ ਲਈ ਪਹਿਲਾਂ ਸਾਨੂੰ ਜਿਹੜੀ ਯੋਜਨਾ ਬਣਾਉਣੀ ਪੈਂਦੀ ਹੈ। ਤੇ ਸਿੱਖਿਆ ਦੇ ਖੇਤਰ ਦੀ ਜੇਕਰ ਗੱਲ ਕਰੀਏ, ਐਜੂਕੇਸ਼ਨ ਫੀਲਡ ਦੀ ਗੱਲ ਕਰੀਏ ਤਾਂ ਇੱਥੇ ਵੀ ਜਿਹੜੀਆਂ ਯੋਜਨਾਵਾਂ ਉਹਨਾਂ ਦਾ ਹੋਣਾ ਜ਼ਰੂਰੀ ਹੈ। ਯੋਜਨਾ ਤੋਂ ਬਿਨਾਂ ਅਸੀਂ ਵਿਦਿਆਰਥੀ ਨੂੰ ਜਿਹੜਾ ਸਹੀ ਗਿਆਨ ਨਹੀਂ ਦੇ ਸਕਦੇ, ਇੱਕ ਅਧਿਆਪਕ ਸਹੀ ਗਿਆਨ ਨਹੀਂ ਦੇ ਸਕਦਾ। ਇਸ ਕਰਕੇ ਸਿੱਖਿਆ ਦੇ ਖੇਤਰ ਦੇ ਵਿੱਚ ਜਿਹੜੀ ਪਾਠ ਯੋਜਨਾ ਹੈ ਉਹ ਅਹਿਮ ਭੂਮਿਕਾ ਨਿਭਾਉਂਦੀ ਹੈ। ਪਾਠ ਯੋਜਨਾ ਜੋ ਟੀਚਰ ਕਲਾਸ ਵਿੱਚ ਜਾਣ ਤੋਂ ਪਹਿਲਾਂ ਇੱਕ ਪਾਠ ਯੋਜਨਾ ਤਿਆਰ ਕਰਦਾ, ਲੈਸਨ ਪਲਾਨ ਤਿਆਰ ਕਰਦਾ, ਫਿਰ ਜਾ ਕੇ ਕਲਾਸ ਦੇ ਵਿੱਚ ਬੱਚੇ ਨੂੰ ਪੜ੍ਹਾਉਂਦਾ ਹੈ। ਸੋ ਉਸ ਪਾਠ ਯੋਜਨਾ ਦੀ ਇੱਥੇ ਗੱਲ ਹੋ ਰਹੀ ਹੈ। ਇਹ ਬਹੁਤ ਹੀ ਮਹੱਤਤਾ ਰੱਖਦੀ ਹੈ ਕਿਉਂਕਿ ਇਹਦੇ ਵਿੱਚ ਕਿਹੜੇ ਮੈਥਡ ਦੇ ਨਾਲ ਪੜ੍ਹਾਉਣਾ ਹੈ, ਕਿੰਨੇ ਟਾਈਮ ਦੇ ਵਿੱਚ ਇਹ ਕਨਸੈਪਟ ਪੂਰਾ ਕਰਨਾ ਹੈ ਮੈਂ। ਸੋ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਕਿਹੜਾ ਟੌਪਿਕ ਕਰਵਾਉਣਾ ਹੈ, ਠੀਕ ਹੈ, ਕਿ 2 ਕੁਐਸਚਨ ਪੁੱਛਣੇ ਆ ਵਿਦਿਆਰਥੀਆਂ ਨੂੰ। ਸੋ ਪੂਰਾ ਜਿਹੜਾ ਲੈਸਨ ਪਲਾਨ ਤਿਆਰ ਕੀਤਾ ਜਾਂਦਾ ਅਧਿਆਪਕ ਦੇ ਦੁਆਰਾ, ਉਹਦੀ ਇੱਥੇ ਗੱਲ ਹੋ ਰਹੀ ਹੈ। ਤਾਂ ਯੋਜਨਾ ਤੋਂ ਬਿਨਾਂ ਜਿਹੜੀ ਸਿੱਖਿਆ ਹੈ, ਪਾਠ ਯੋਜਨਾ ਤੋਂ ਬਿਨਾਂ ਜਿਹੜੀ ਹੈ ਸਿੱਖਿਆ ਹੈ ਉਹ ਸੰਭਵ ਨਹੀਂ ਹੈ। ਠੀਕ ਹੈ, ਬਹੁਤ ਜ਼ਿਆਦਾ ਜਿਹੜਾ ਔਖਾ ਅਧਿਆਪਕ ਲਈ ਹੋ ਜਾਂਦਾ ਜੇਕਰ ਉਹ ਲੈਸਨ ਪਲਾਨ ਜਿਹੜਾ ਤਿਆਰ ਕਰਕੇ ਕਲਾਸ ਦੇ ਵਿੱਚ ਨਹੀਂ ਜਾਂਦਾ। ਹੁਣ ਤੁਹਾਡਾ ਜੋ B.Ed 3rd ਸਮੈਸਟਰ ਨੇ ਉਹਦੇ ਵਿੱਚ ਤੁਸੀਂ ਲੈਸਨ ਪਲਾਨ ਹੀ ਤਿਆਰ ਕਰਨੇ ਹੋਣਗੇ। ICT ਬੇਸਡ ਲੈਸਨ ਪਲਾਨ, ਮਾਡਲ ਬੇਸਡ, ਠੀਕ ਹੈ। ਤੇ ਅਲੱਗ-ਅਲੱਗ ਜਿਹੜੇ ਲੈਸਨ ਪਲਾਨ ਤੁਸੀਂ ਤਿਆਰ ਕਰੋ, ਡਿਸਕਸ਼ਨ ਲੈਸਨ ਪਲਾਨ, ਸੋ ਅਲੱਗ-ਅਲੱਗ ਹੋਣਗੇ। ਸੋ ਆਪਾਂ ਪਹਿਲਾਂ ਆਪਣੇ ਹੋਣ ਵਾਲੇ ਟੌਪਿਕ ਦੀ ਗੱਲ ਕਰਦੇ ਹਾਂ। ਪਾਠ ਯੋਜਨਾ ਦਾ ਅਰਥ ਕੀ ਹੈ? ਠੀਕ ਹੈ, ਪਾਠ ਯੋਜਨਾ ਦਾ ਸੰਬੰਧ ਸਿੱਖਿਆ ਦੇ ਨਾਲ ਹੈ। ਸਮਾਜਿਕ ਅਧਿਐਨ ਦਾ ਅਧਿਆਪਕ ਜਦੋਂ ਵਿਦਿਆਰਥੀਆਂ ਨੂੰ ਸਿੱਖਿਆ ਦਿੰਦਾ ਹੈ ਤਾਂ ਸਿੱਖਿਆ ਦੇਣ ਤੋਂ ਪਹਿਲਾਂ ਪਾਠ ਯੋਜਨਾ ਤਿਆਰ ਕਰਦਾ ਹੈ, ਜਿਵੇਂ ਕੀ ਪੜ੍ਹਾਉਣਾ ਹੈ, ਕਿਸ ਅਧਿਆਪਨ ਵਿਧੀ ਨਾਲ ਪੜ੍ਹਾਉਣਾ ਹੈ, ਕਿੰਨੇ ਸਮੇਂ ਵਿੱਚ ਗਿਆਨ ਪ੍ਰਦਾਨ ਕਰਵਾਉਣਾ ਹੈ ਆਦਿ। ਸਭ ਪਾਠ ਯੋਜਨਾ ਇੱਕ ਅਧਿਆਪਕ ਆਪਣਾ ਅਧਿਆਪਨ ਕਰਨ ਤੋਂ ਪਹਿਲਾਂ ਤਿਆਰ ਕਰਦਾ ਹੈ, ਫਿਰ ਅਧਿਆਪਨ ਕਰਦਾ ਹੈ। ਸੋ ਪਹਿਲਾਂ ਪਾਠ ਯੋਜਨਾ ਬਣਾਈ ਜਾਂਦੀ ਹੈ ਪੂਰੀ, ਉਹਦੇ ਵਿੱਚ ਵੇਖਿਆ ਜਾਂਦਾ ਕਿੰਨਾ ਸਮਾਂ ਹੈ, ਕੀ ਪੜ੍ਹਾਉਣਾ ਹੈ, ਕਿਹੜਾ ਮੈਥਡ ਵਰਤਣਾ ਹੈ। ਸੋ ਕਲਾਸ ਵਿੱਚ ਜਾਣ ਤੋਂ ਪਹਿਲਾਂ ਇੱਕ ਪੂਰੀ ਜਿਹੜੀ ਯੋਜਨਾ ਹੈ ਉਹ ਬਣਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਕਲਾਸ ਦੇ ਵਿੱਚ ਜਾ ਕੇ ਵਿਦਿਆਰਥੀ ਨੂੰ ਗਿਆਨ ਦਿੱਤਾ ਜਾਂਦਾ ਹੈ। ਸੋ ਉਹਨੂੰ ਆਪਾਂ ਕਹਿੰਦੇ ਹਾਂ ਜੀ ਪਾਠ ਯੋਜਨਾ। ਪੂਰਾ ਇੱਕ ਜਿਹੜਾ ਪਹਿਲਾ ਪੂਰਾ ਜਿਹੜਾ ਕਲਾਸ ਵਿੱਚ ਜਾਣ ਤੋਂ ਪਹਿਲਾਂ ਫਾਰਮੈਟ ਹੈ ਉਹ ਰੈਡੀ ਕਰ ਲੈਂਦਾ, ਠੀਕ ਹੈ। ਟੌਪਿਕ ਚੁਣ ਲੈਂਦਾ, ਕਿਹੜਾ ਮੈਥਡ ਵਰਤਣਾ ਹੈ, ਕਿੰਨੇ ਸਮੇਂ ਵਿੱਚ ਪੂਰਾ ਕਰਵਾਉਣਾ ਹੈ ਆਦਿ ਪੂਰਾ, ਠੀਕ ਹੈ। ਇਹਨੂੰ ਆਪਾਂ ਕੀ ਕਹਿੰਦੇ ਹਾਂ? ਪਾਠ ਯੋਜਨਾ। ਪਾਠ ਯੋਜਨਾ ਹੁੰਦੀ ਹੈ ਜੋ ਅਧਿਆਪਕ ਕਲਾਸ ਵਿੱਚ ਜਾਣ ਤੋਂ ਪਹਿਲਾਂ ਤਿਆਰ ਕਰਦਾ ਹੈ ਕਿ ਮੈਂ ਕਲਾਸ ਦੇ ਵਿੱਚ ਕੀ ਪੜ੍ਹਾਉਣਾ ਹੈ, ਠੀਕ ਹੈ, ਕਿਹੜਾ ਟੌਪਿਕ ਕਰਵਾਉਣਾ ਹੈ। ਸੋ LB ਸਟੈਂਡਸ ਦੇ ਅਨੁਸਾਰ ਹੈ। ਇੱਥੇ ਮੈਂ ਇੱਕ ਕੋਟੇਸ਼ਨ ਡੈਫੀਨੇਸ਼ਨ ਉਹ ਐਡ ਕਰ ਦਿੱਤੀ ਹੈ। ਵੈਸੇ ਮੈਂ ਕਦੀ ਕੀਤੀ ਨਹੀਂ ਹੈ ਨੋਟਸ ਦੇ ਵਿੱਚ ਐਡ, ਤਾਂ ਨਹੀਂ ਕੀਤੀ ਕਿ ਤੁਸੀਂ ਟਾਈਮ ਥੋੜ੍ਹਾ ਤੁਸੀਂ ਆਪਣੀਆਂ ਬੁੱਕਸ ਦੇ ਵਿੱਚੋਂ ਕਰ ਸਕਦੇ ਹੋ। ਜ਼ਰੂਰ ਐਡ ਕਰ ਦਿਆ ਕਰੋ ਡੈਫੀਨੇਸ਼ਨ 3-4 ਤਾਂ ਡੈਫੀਨੇਸ਼ਨ ਜ਼ਰੂਰ ਤੁਹਾਡੀ ਇੱਕ ਆਨਸਰ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ, ਜ਼ਰੂਰੀ ਨੇ। LB ਸਟੈਂਡਸ ਦੇ ਅਨੁਸਾਰ ਪਾਠ ਯੋਜਨਾ ਨੂੰ ਕਿਰਿਆ ਦੀ ਯੋਜਨਾ ਜਿਹੜੀ ਕਿ ਅਧਿਆਪਕ ਵਜੋਂ ਲਾਗੂ ਕੀਤੀ ਜਾਂਦੀ ਹੈ ਦੇ ਵਜੋਂ ਲੈਂਦਾ ਹੈ। ਪਾਠ ਯੋਜਨਾ ਕੀ ਹੈ? ਕਿਰਿਆ ਦੀ ਯੋਜਨਾ ਹੈ ਜਿਹੜੀ ਕਿ ਅਧਿਆਪਕ ਵਜੋਂ ਲਾਗੂ ਕੀਤੀ ਜਾਂਦੀ ਹੈ, ਠੀਕ ਹੈ। ਉਸ ਨੂੰ ਆਪਾਂ ਕੀ ਕਹਿੰਦੇ ਹਾਂ? ਪਾਠ ਯੋਜਨਾ। ਪਾਠ ਯੋਜਨਾ ਸੰਬੰਧ ਅੱਗੇ ਵੀ ਇੱਕ ਡੈਫੀਨੇਸ਼ਨ ਆਊਗੀ B ਪਾਰਟ ਦੇ ਵਿੱਚ। ਇਹ ਜਿਹੜੇ ਹੈ ਨਾ A ਦੋਨੋਂ ਮਿਕਸ ਹੈ, ਇੱਕ ਹੀ ਚੀਜ਼ ਹੈ, ਠੀਕ ਹੈ। ਲੈਸਨ ਪਲਾਨ ਦਾ ਮੀਨਿੰਗ ਪਤਾ ਤਾਂ ਅਲੱਗ-ਅਲੱਗ ਜਿਹੜੀਆਂ ਅੱਗੋਂ ਟਾਈਪਸ ਆ ਜਾਂਦੀਆਂ ਨੇ। ਸੋ ਪਾਠ ਯੋਜਨਾ ਦੀ ਲੋੜ ਅਤੇ ਮਹੱਤਤਾ ਹੈ ਜੀ। ਨੀਡ ਐਂਡ ਇੰਪੋਰਟੈਂਸ ਆਫ ਲੈਸਨ ਪਲਾਨ। ਫਸਟ ਹੈ ਜੀ ਕੀ ਇਹਦੀ ਲੋੜ ਹੈ ਤੇ ਕੀ ਇਹਦੀ ਮਹੱਤਤਾ ਪਾਠ ਯੋਜਨਾ ਦੀ। ਵਧੀਆ ਨਤੀਜੇ ਲਿਆਉਣ ਦੇ ਵਿੱਚ ਸਹਾਈ ਹੈ, ਠੀਕ ਹੈ। ਵਧੀਆ ਨਤੀਜੇ ਦੇ ਨਾਲ ਜਿਹੜੇ ਸੰਭਵ ਹੈ ਉਹ ਹੋ ਪਾਉਂਦੇ ਨੇ। ਸੈਕਿੰਡ ਹੈ ਜੀ ਉਦੇਸ਼ਾਂ ਅਤੇ ਮਹੱਤਵਾਂ ਨੂੰ ਪ੍ਰਾਪਤ ਕਰਨ ਦੇ ਵਿੱਚ ਸਹਾਈ। ਇਹਦੇ ਨਾਲ ਉਦੇਸ਼ ਤੇ ਮਹੱਤਵ ਉਹਨਾਂ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਪੜ੍ਹਾਉਣ ਵਿਧੀ ਦੀ ਚੋਣ ਹੋ ਪਾਉਂਦੀ। ਪੜ੍ਹਾਉਣ ਵਿਧੀ ਦੇ ਵਿੱਚ ਚੋਣ ਹੋ ਜਾਂਦੀ ਹੈ ਕਿਉਂਕਿ ਆਪਾਂ ਟੌਪਿਕ ਚੁਣ ਲਿਆ। ਹੁਣ ਕਿਹੜੇ ਮੈਥਡ ਨਾਲ ਹੀ ਵਿਦਿਆਰਥੀ ਸਮਝ ਸਕਣਗੇ ਉਸ ਟੌਪਿਕ ਨੂੰ, ਸੋ ਉਹਦੀ ਜਿਹੜੀ ਹੈ ਟੀਚਿੰਗ ਮੈਥਡ, ਉਹਦੀ ਜਿਹੜੀ ਚੋਣ ਹੈ ਉਹ ਕੀਤੀ ਜਾਂਦੀ ਹੈ। ਮੁਲਾਂਕਣ ਕਰਨ ਦੇ ਵਿੱਚ ਸਹਾਈ ਹੈ, ਇਵੈਲੂਏਸ਼ਨ ਕਰਨ ਦੇ ਵਿੱਚ ਸਹਾਈ ਹੈ। ਸੋ ਐਂਡ ਤੇ ਜਾ ਕੇ ਆਪਾਂ ਪਾਠ ਯੋਜਨਾ ਦੇ ਜ਼ਰੀਏ ਜਿਹੜਾ ਵਿਦਿਆਰਥੀ ਨੂੰ ਕਲਾਸ ਦੇ ਵਿੱਚ ਪੜ੍ਹਾ ਦਿੱਤਾ ਤੇ ਉਸ ਤੋਂ ਬਾਅਦ ਜਿਹੜਾ ਮੁਲਾਂਕਣ ਆਪਾਂ ਸਹੀ ਵਿਦਿਆਰਥੀ ਦਾ ਜਿਹੜਾ ਕਰ ਪਾਉਂਦੇ ਹਾਂ ਉਹਦੇ ਨਾਲ ਵੀ ਸੰਬੰਧਿਤ ਹੈ।
ਪ੍ਰਭਾਵਸ਼ਾਲੀ ਪਾਠ ਪੜ੍ਹਾਉਣ ਦੇ ਵਿੱਚ ਵੀ ਸਹਾਈ ਹੈ। ਸਹੀ ਜਿਹੜਾ ਪਾਠ ਹੈ, ਸਹੀ ਜਿਹੜੀ ਨੌਲੇਜ ਹੈ, ਸਹੀ ਤਰੀਕੇ ਨਾਲ ਦਿੱਤੀ ਨੌਲੇਜ ਦੇ ਨਾਲ ਇਹ ਚੀਜ਼ ਸੰਬੰਧਿਤ ਹੈ। ਪ੍ਰਭਾਵਸ਼ਾਲੀ ਪਾਠ ਪੜ੍ਹਾਉਣ ਦੇ ਵਿੱਚ ਸਹਾਈ ਹੈ ਲੈਸਨ ਪਲਾਨ। ਸਿਲੇਬਸ ਪੂਰਾ ਕਰਵਾਉਣ ਦੇ ਵਿੱਚ ਸਹਾਈ ਹੈ, ਕਿਉਂਕਿ ਅਧਿਆਪਕ ਨੂੰ ਪਤਾ ਹੁੰਦਾ ਕਿ ਕਿੰਨੇ ਟਾਈਮ ਦੇ ਵਿੱਚ ਉਹਨੇ ਕਿਹੜਾ ਟੌਪਿਕ ਕਰਵਾਉਣਾ ਹੈ, ਤਾਂ ਇਹਦੇ ਲਈ ਉਹ ਜਿਹੜਾ ਪੂਰਾ ਇੱਕ ਸਾਲ ਦੇ ਲਈ ਜਿਹੜੀ ਆਪਦੀ ਯੋਜਨਾ ਵੀ ਜਿਹੜੀ ਹੈ ਬਣਾ ਲੈਂਦਾ ਹੈ, ਕਿਉਂਕਿ ਸਿਲੇਬਸ ਪੂਰਾ ਕਰਾਉਣਾ ਵੀ ਅਧਿਆਪਕ ਦਾ ਮਕਸਦ ਹੁੰਦਾ ਹੈ, ਤੇ ਸਿਲੇਬਸ ਅਧਿਆਪਕ ਲੈਸਨ ਪਲਾਨ ਬਣਾ ਕੇ ਹੀ ਪੂਰਾ ਕਰਵਾ ਪਾਉਂਦਾ ਹੈ। ਸਹੀ ਗਿਆਨ ਪ੍ਰਦਾਨ ਕਰਵਾਉਂਦੀ ਹੈ, ਲੈਸਨ ਪਲਾਨ ਨਾਲ ਸਹੀ ਗਿਆਨ ਵਿਦਿਆਰਥੀ ਤੱਕ ਪਹੁੰਚਦਾ ਹੈ। ਸਮੇਂ ਦੀ ਬਚਤ ਹੋ ਜਾਂਦੀ ਹੈ, ਕਿਉਂਕਿ ਇੱਕ ਸਹੀ ਜਿਹੜੀ ਹੈ ਦਿਸ਼ਾ ਜਿਹੜੀ ਅਧਿਆਪਕ ਨੂੰ ਮਿਲ ਜਾਂਦੀ ਹੈ, ਤੇ ਸਹੀ ਦਿਸ਼ਾ ਦੇ ਵਿੱਚ ਉਹ ਵਿਦਿਆਰਥੀਆਂ ਨੂੰ ਪੜ੍ਹਾ ਪਾਉਂਦਾ ਹੈ। ਇਹਦੇ ਨਾਲ ਅਧਿਆਪਕ ਦੀ ਸਮੇਂ ਦੀ ਬਚਤ ਬਹੁਤ ਜ਼ਿਆਦਾ ਹੋ ਜਾਂਦੀ ਹੈ। ਜੇਕਰ ਇੱਕ ਟੌਪਿਕ ਉਹਨੇ ਕਲਾਸ ਦੇ ਵਿੱਚ ਕਰਵਾਇਆ ਤਾਂ ਕਿਸੇ ਬੱਚੇ ਨੂੰ ਸਮਝ ਨਹੀਂ ਆਇਆ, ਦੁਬਾਰਾ ਫਿਰ ਉਹਨੂੰ ਕਰਵਾਉਣਾ ਪਵੇਗਾ, ਫਿਰ ਕਰਵਾਉਣਾ ਪਵੇਗਾ, ਤਾਂ ਸਮੇਂ ਦੀ ਬਚਤ ਕਰਦਾ ਲੈਸਨ ਪਲਾਨ, ਕਿਉਂਕਿ ਪੂਰਾ ਜਿਹੜਾ ਹੈ ਇਹਦੇ 'ਤੇ ਬਹੁਤ ਮਿਹਨਤ ਲੱਗਦੀ ਹੈ ਲੈਸਨ ਪਲਾਨ ਤਿਆਰ ਕਰਨ ਦੇ ਵਿੱਚ, ਤੇ ਬਹੁਤ ਹੀ ਸੌਖੇ ਤਰੀਕੇ ਨਾਲ ਵਿਦਿਆਰਥੀ ਨੂੰ ਕਿਵੇਂ ਸਿਖਾਇਆ ਜਾਣਾ ਉਹ ਪੂਰਾ ਜਿਹੜਾ ਉਹਦੇ ਵਿੱਚ ਮੈਂਸ਼ਨ ਹੈ ਉਹ ਕੀਤਾ ਜਾਂਦਾ ਹੈ, ਤੇ ਸਹੀ ਤਰੀਕੇ ਦੇ ਨਾਲ ਜਿਹੜੀ ਨੌਲੇਜ ਹੈ ਤੇ ਥੋੜ੍ਹੇ ਸਮੇਂ ਦੇ ਵਿੱਚ ਜਿਹੜੀ ਨੌਲੇਜ ਹੈ ਅਧਿਆਪਕ ਵਿਦਿਆਰਥੀ ਨੂੰ ਦੇ ਪਾਉਂਦਾ ਹੈ, ਤੇ ਵਾਰ-ਵਾਰ ਉਹਨੂੰ ਜਿਹੜਾ ਹੈ ਰਿਪੀਟ ਟੌਪਿਕ ਨਹੀਂ ਕਰਨੇ ਪੈਂਦੇ। ਸੋ ਸਮੇਂ ਦੀ ਬਚਤ ਵੀ ਹੋ ਜਾਂਦੀ ਹੈ। ਸੋ ਅਗਲੀਆਂ ਕਲਾਸਾਂ ਵਿੱਚ ਦੁਬਾਰਾ ਉਹੀ ਨੌਲੇਜ ਨੂੰ ਜਦੋਂ ਦੁਬਾਰਾ ਦੇਣਾ ਹੋਵੇਗਾ ਤਾਂ ਫਿਰ ਅਧਿਆਪਕ ਦੇ ਲਈ ਬਹੁਤ ਜ਼ਿਆਦਾ ਜਿਹੜਾ ਸੌਖਾ ਵੀ ਹੋ ਜਾਂਦਾ ਹੈ, ਕਿਉਂਕਿ ਸਟੂਡੈਂਟ ਹੈ ਉਹਨਾਂ ਨੇ ਤਾਂ ਅਗਲੀ ਕਲਾਸ ਦੇ ਵਿੱਚ ਚਲੇ ਜਾਣਾ ਹੈ, ਤਾਂ ਕਈ ਵਾਰੀ ਜਿਹੜਾ ਸਿਲੇਬਸ ਹੈ ਉਹ ਚੇਂਜ ਨਹੀਂ ਹੁੰਦਾ, ਤਾਂ ਉਦੋਂ ਵੀ ਅਧਿਆਪਕ ਦੇ ਲਈ ਫਾਇਦੇਮੰਦ ਹੈ, ਕਿਉਂਕਿ ਯੋਜਨਾ ਹੈ ਉਹ ਪਹਿਲਾਂ ਹੀ ਤਿਆਰ ਹੁੰਦੀ ਹੈ। ਪਤਾ ਹੁੰਦਾ ਕਿ ਆਹ ਵਾਲਾ ਟੌਪਿਕ ਐਸ ਮੈਥਡ ਦੇ ਰਾਹੀਂ ਆਸਾਨੀ ਨਾਲ ਵਿਦਿਆਰਥੀ ਨੂੰ ਸਿਖਾਇਆ ਜਾ ਸਕਦਾ ਹੈ। ਸੋ ਨੈਕਸਟ ਹੈ ਜੀ ਅਧਿਆਪਕ ਕੌਸ਼ਲਤਾਵਾਂ ਦੀ ਦੁਰਵਰਤੋਂ ਤੋਂ ਸੁਰੱਖਿਆ। ਸੋ ਅਧਿਆਪਕ ਕੌਸ਼ਲਤਾਵਾਂ ਦੀ ਜੋ ਦੁਰਵਰਤੋਂ ਹੁੰਦੀ ਉਹਦੇ ਤੋਂ ਜਿਹੜੀ ਸੁਰੱਖਿਆ ਹੋ ਜਾਂਦੀ ਹੈ, ਇੱਕ ਸਹੀ ਜਿਹੜੇ ਮੈਥਡ ਰਾਹੀਂ ਸਿੱਖਿਆ ਦਿੱਤੀ ਜਾ ਸਕਦੀ ਹੈ, ਮਤਲਬ ਕਿ ਜ਼ਿਆਦਾ ਜਿਹੜੀ ਐਨਰਜੀ ਅਧਿਆਪਕ ਦੀ ਉਹ ਵੇਸਟ ਨਹੀਂ ਹੁੰਦੀ। ਬੇਤੁਕੀ ਦੁਹਰਾਈ ਤੋਂ ਵੀ ਬਚਾਅ ਹੋ ਜਾਂਦਾ ਹੈ, ਕਿਉਂਕਿ ਲੈਸਨ ਪਲਾਨ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਜਿਹੜਾ ਸਹੀ ਜਿਹੜੀ ਹੈ ਨੌਲੇਜ ਉਹ ਦਿੱਤੀ ਜਾਂਦੀ ਹੈ, ਰਿਪੀਟ ਨਹੀਂ ਹੁੰਦੀ ਨੌਲੇਜ। ਸੋ ਬੇਤੁਕੀ ਜਿਹੜੀ ਦੁਹਰਾਈ ਹੈ ਉਹਦੇ ਤੋਂ ਜਿਹੜਾ ਬਚਾਅ ਹੈ ਉਹ ਹੋ ਜਾਂਦਾ ਹੈ। ਸਿਰਫ ਸਿਲੇਬਸ ਨਾਲ ਸੰਬੰਧਿਤ ਜਿਹੜਾ ਗਿਆਨ ਹੀ ਵਿਦਿਆਰਥੀ ਨੂੰ ਦਿੱਤਾ ਜਾਂਦਾ ਹੈ, ਐਕਸਟਰਾ ਨੌਲੇਜ ਤੋਂ ਜਿਹੜਾ ਪਰਹੇਜ਼ ਹੈ ਉਹ ਹੋ ਪਾਉਂਦਾ ਹੈ। ਅਧਿਆਪਨ ਵਿੱਚ ਬਹੁਤ ਜ਼ਿਆਦਾ ਸਹਾਈ ਹੈ। ਕਿਹਾ ਜਾਂਦਾ ਵੀ ਲੈਸਨ ਪਲਾਨ ਤੋਂ ਬਿਨਾਂ ਅਧਿਆਪਨ ਉਹ ਸੰਭਵ ਹੀ ਨਹੀਂ ਹੈਗਾ। ਜੇਕਰ ਇੱਕ ਅਧਿਆਪਕ ਉਹਨੇ ਲੈਸਨ ਪਲਾਨ ਤਿਆਰ ਕੀਤਾ ਤਾਂ ਫਿਰ ਹੀ ਉਹ ਸਹੀ ਜਿਹੜੀ ਟੀਚਿੰਗ ਹੈ ਉਹ ਕਰ ਸਕਦਾ, ਸਹੀ ਆਪਦਾ ਅਧਿਆਪਨ ਕਰ ਸਕਦਾ। ਲੈਸਨ ਪਲਾਨ ਤੋਂ ਬਿਨਾਂ ਸਹੀ ਜਿਹੜਾ ਅਧਿਆਪਨ ਹੈ ਉਹ ਸੰਭਵ ਨਹੀਂ ਹੈਗਾ। ਸਿਲਸਿਲੇਵਾਰ ਗਿਆਨ ਦੇਣ ਦੇ ਵਿੱਚ ਸਹਾਈ ਹੈ, ਇੱਕ ਸਹੀ ਦਿਸ਼ਾ ਦੇ ਵਿੱਚ ਸਿਲਸਿਲੇਵਾਰ ਗਿਆਨ ਦੇਣ ਦੇ ਵਿੱਚ ਸਹਾਈ ਹੈ ਕਿ ਸਟੈਪ ਬਾਏ ਸਟੈਪ ਅਸੀਂ ਵਿਦਿਆਰਥੀ ਨੂੰ ਗਿਆਨ ਹੈ ਉਹ ਦੇ ਪਾਉਂਦੇ ਹਾਂ। ਠੀਕ ਹੈ, ਉਲਝਦਾ ਨਹੀਂ ਹੈ ਅਧਿਆਪਕ, ਨਾ ਹੀ ਵਿਦਿਆਰਥੀ ਉਲਝਣ ਦੇ ਵਿੱਚ ਪੈਂਦੇ ਆ, ਤੇ ਸਿਲਸਿਲੇਵਾਰ ਜਿਹੜਾ ਗਿਆਨ ਦੇਣ ਦੇ ਵਿੱਚ ਸਹਾਈ ਹੈ। ਸਮੇਂ ਤੇ ਸਿਲੇਬਸ ਪੂਰਾ ਕਰਵਾਉਣ ਦੇ ਵਿੱਚ ਵੀ ਇਹ ਮੈਥਡ ਹੈ ਉਹ ਬਹੁਤ ਜ਼ਿਆਦਾ ਹੈਲਪਫੁਲ ਹੈ। ਸਮੇਂ ਤੇ ਸਿਲੇਬਸ ਪੂਰਾ ਕਰਵਾਉਣ ਦੇ ਵਿੱਚ ਸਹਾਈ ਹੈ। ਗਿਆਨ ਪ੍ਰਦਾਨ ਕਰਨਾ ਸੌਖਾ ਹੋ ਜਾਂਦਾ, ਜਿਹੜੀ ਨੌਲੇਜ ਦੇਣੀ ਹੈ ਕਿਸੇ ਨੂੰ ਉਹ ਬਹੁਤ ਜ਼ਿਆਦਾ ਜਿਹੜੀ ਸੌਖੀ ਹੈ ਉਹ ਹੋ ਜਾਂਦੀ ਹੈ। ਸਹੀ ਨੌਲੇਜ ਤੇ ਸੌਖੇ ਤਰੀਕੇ ਦੇ ਨਾਲ ਜਿਹੜੀ ਨੌਲੇਜ ਹੈ ਉਹ ਵਿਦਿਆਰਥੀ ਨੂੰ ਦਿੱਤੀ ਜਾਂਦੀ ਹੈ ਲੈਸਨ ਪਲਾਨ ਦੇ ਅਕੋਰਡਿੰਗ। ਸੋ ਇਹ ਨਾਰਮਲ ਲੈਸਨ ਪਲਾਨ ਦੇ ਜਿਹੜੇ ਫੀਚਰ ਹੈ ਇਹ ਤੁਹਾਡੇ ਜਿਹੜੇ ਬੀ ਦੇ ਵਿੱਚ ਵੀ ਆਊਗਾ ਲੈਸਨ ਪਲਾਨ, ਉਹਦੇ ਲਈ ਵੀ ਤੁਸੀਂ ਇਹਨਾਂ ਦਾ ਯੂਜ਼ ਕਰ ਸਕਦੇ ਹੋ ਨੀਡ ਤੇ ਇੰਪੋਰਟੈਂਸ, ਕਿਉਂਕਿ ਇਹ ਮਿਕਸ ਜਿਹਾ ਹੀ ਹੈ ਸਾਰਾ ਕੰਮ। ਪਾਠ ਯੋਜਨਾ ਦੀ ਪਹੁੰਚ ਕਿਹੜੀ ਹੈ? ਅਪਰੋਚਸ ਆਫ ਲੈਸਨ ਪਲੈਨਿੰਗ। ਠੀਕ ਹੈ, ਪਾਠ ਯੋਜਨਾ, ਇਕਾਈ ਯੋਜਨਾ ਸਿੱਖਿਆ ਦੇ ਖੇਤਰ ਵਿੱਚ ਬਹੁਤ ਸਹਾਈ ਹੈ। ਜਿਹੜੀ ਪਾਠ ਯੋਜਨਾ ਤੇ ਇਕਾਈ ਯੋਜਨਾ ਹੈ ਸਿੱਖਿਆ ਦੇ ਖੇਤਰ ਵਿੱਚ ਬਹੁਤ ਸਹਾਈ ਹੈ, ਜੋ ਕਿ ਸਮੇਂ-ਸਮੇਂ ਵਿੱਚ ਕਈ ਨਵੇਂ ਸੁਧਾਰ ਸਾਡੇ ਸਾਹਮਣੇ ਲੈ ਕੇ ਆ ਰਹੀ ਹੈ। ਸੋ ਨਵੇਂ-ਨਵੇਂ ਸੁਧਾਰ ਸਾਡੇ ਸਾਹਮਣੇ ਆ ਰਹੇ ਨੇ। ਇਸ ਯੋਜਨਾ ਵਿੱਚ ਅਧਿਆਪਕ ਵੱਲੋਂ ਇੱਕ ਤਿਆਰੀ ਕੀਤੀ ਜਾਂਦੀ ਹੈ, ਜੋ ਇੱਕ ਤਿਆਰੀ ਅਧਿਆਪਕ ਦੇ ਵੱਲੋਂ ਜੋ ਅਧਿਆਪਨ ਦੇ ਮੁੱਖ 3 ਪੱਧਰਾਂ 'ਤੇ ਨਿਰਭਰ ਕਰਦੀ, 3 ਮੁੱਖ ਪੱਧਰਾਂ 'ਤੇ ਇਹ ਨਿਰਭਰ ਕਰਦੀ ਹੈ ਲੈਸਨ ਪਲਾਨ। ਪੱਧਰ ਕਿਹੜੇ ਨੇ? ਫਸਟ ਹੈ ਜੀ ਅਧਿਆਪਕ ਯੋਜਨਾ, ਪ੍ਰੀ ਟੀਚਿੰਗ ਪਲੈਨਿੰਗ। ਇਹ ਕਿਹਨੂੰ ਕੀ ਆਪਾਂ ਕਹਿ ਸਕਦੇ ਹਾਂ? ਜਮਾਤ ਵਿੱਚ ਜਾਣ ਤੋਂ ਪਹਿਲਾਂ ਜਿਹੜੀ ਯੋਜਨਾ ਬਣਾਈ ਜਾਂਦੀ ਹੈ ਅਧਿਆਪਕ ਦੇ ਦੁਆਰਾ। ਠੀਕ ਹੈ, ਉਹਦੇ ਵਿੱਚ ਉਹ ਕੀ ਵੇਖਦਾ, ਕਿਹੜਾ ਪਾਠ ਪੜ੍ਹਾਉਣਾ ਹੈ, ਕਿਹੜੀ ਵਿਧੀ ਦਾ ਯੂਜ਼ ਕਰਨਾ ਹੈ, ਕਿਹੜੀਆਂ ਕਿਰਿਆਵਾਂ ਅਤੇ ਕੌਸ਼ਲਾਂ ਦਾ ਪ੍ਰਯੋਗ ਕਰਨਾ ਹੈ। ਠੀਕ ਹੈ, ਪਹਿਲਾਂ ਪ੍ਰੀ ਟੀਚਿੰਗ ਪਲੈਨਿੰਗ ਕੀਤੀ ਜਾਂਦੀ ਹੈ। ਇਹ ਕੀ ਹੈ?
ਜੋ ਅਧਿਆਪਨ ਦੇ ਮੁੱਖ 3 ਪੱਧਰਾਂ ਤੇ ਨਿਰਭਰ ਕਰਦੀ ਹੈ। ਅਧਿਆਪਨ ਕਰਨ ਦੇ, ਟੀਚਿੰਗ ਕਰਨ ਦੇ 3 ਮੁੱਖ ਪੱਧਰ ਹੁੰਦੇ ਨੇ। ਕਿਹੜੇ ਕਿਹੜੇ ਪੱਧਰ ਨੇ, ਉਹਨਾਂ ਪੱਧਰਾਂ ਦੀ ਇੱਥੇ ਗੱਲ ਹੋ ਰਹੀ ਹੈ। ਠੀਕ ਹੈ, ਟੀਚਿੰਗ ਕਰਨੀ ਹੈ ਤੇ 3 ਪੱਧਰ ਨੇ ਮੁੱਖ। ਪਹਿਲਾ ਕੀ ਹੈ, ਲੈਸਨ ਪਲਾਨ ਤਿਆਰ ਕਰਦਾ ਹੈ, ਪ੍ਰੀ ਟੀਚਿੰਗ ਪਲੈਨਿੰਗ ਕਰਦਾ ਹੈ ਉਹ ਪਹਿਲਾਂ। ਠੀਕ ਹੈ, ਫਿਰ ਕੀ ਕਰਦਾ ਹੈ, ਅਧਿਆਪਨ ਕਿਰਿਆ ਯੋਜਨਾ, ਐਕਟਿਵ ਟੀਚਿੰਗ ਪਲੈਨਿੰਗ, ਬਣਾਈ ਗਈ ਯੋਜਨਾ ਨੂੰ ਜਮਾਤ ਵਿੱਚ ਵਿਵਹਾਰਿਕ ਰੂਪ ਦਿੰਦਾ। ਉਸ ਤੋਂ ਬਾਅਦ ਕੀ, ਯੋਜਨਾ ਬਣਾ ਲਈ, ਲੈਸਨ ਪਲਾਨ ਰੈਡੀ ਕਰ ਲਿਆ, ਉਸ ਤੋਂ ਬਾਅਦ ਜਮਾਤ ਦੇ ਵਿੱਚ ਗਿਆ ਤੇ ਉਹਨੂੰ ਵਿਦਿਆਰਥੀਆਂ ਨੂੰ ਪੜ੍ਹਾ ਦਿੱਤਾ। ਠੀਕ ਹੈ, ਵਿਵਹਾਰਿਕ ਰੂਪ ਦੇ ਦਿੱਤਾ। ਉਸ ਤੋਂ ਬਾਅਦ ਅਧਿਆਪਨ ਪੋਸਟ ਯੋਜਨਾ ਹੁੰਦੀ ਹੈ। ਉਸ ਤੋਂ ਬਾਅਦ ਪੋਸਟ ਟੀਚਿੰਗ ਪਲੈਨਿੰਗ, ਪੋਸਟ ਟੀਚਿੰਗ ਪਲੈਨਿੰਗ ਦੇ ਵਿੱਚ ਕੀ ਹੈ, ਫੀਡਬੈਕ ਪ੍ਰਾਪਤ ਕਰਦਾ ਅਧਿਆਪਕ ਤੇ ਇੰਪਰੂਵਮੈਂਟ ਕਰਦਾ ਤੇ ਪ੍ਰਸ਼ਨ ਉੱਤਰ ਵੀ ਵਿਦਿਆਰਥੀਆਂ ਨੂੰ ਕਰਦਾ, ਤਾਂ ਜੋ ਜਿਹੜਾ ਫੀਡਬੈਕ ਹੈ ਉਹ ਮਿਲ ਸਕੇ ਤੇ ਪਤਾ ਲੱਗ ਸਕੇ ਕਿ ਵਿਦਿਆਰਥੀ ਹੈ ਕਿੰਨੀ ਨੌਲੇਜ ਪ੍ਰਾਪਤ ਕਰ ਸਕਿਆ ਹੈ। ਠੀਕ ਹੈ, ਇਹ ਜਿਹੜੀਆਂ ਵੀ ਅਪਰੋਚਸ ਹੈ ਉਹਨਾਂ ਦੇ ਲਗਾ ਲਓ ਜੀ 3 ਜਿਹੜੇ ਮੁੱਖ ਜਿਹੜੇ ਪੱਧਰ ਨੇ, ਜੋ ਕਿ ਅਧਿਆਪਨ ਜੇਕਰ ਕਰਨਾ, ਟੀਚਿੰਗ ਕਰਨੀ ਹੈ ਤਾਂ ਇਹ 3 ਮੁੱਖ ਜਿਹੜੇ ਪੱਧਰ ਹੈ ਉਹ ਹੁੰਦੇ ਨੇ। ਇਹਨਾਂ ਨੂੰ ਵੀ ਤੁਸੀਂ ਇਦਾਂ ਹੀ ਆਪਣੀ ਜਿਹੜਾ ਇਹ ਪੇਪਰ ਦੇ ਵਿੱਚ ਜਿਹੜਾ ਲਿਖ ਸਕਦੇ ਹੋ। ਪ੍ਰੀ ਟੀਚਿੰਗ ਪਲੈਨਿੰਗ, ਐਕਟਿਵ ਟੀਚਿੰਗ ਪਲੈਨਿੰਗ, ਪੋਸਟ ਟੀਚਿੰਗ ਪਲੈਨਿੰਗ। ਪ੍ਰੀ ਪਹਿਲਾਂ ਕਲਾਸ ਜਮਾਤ ਵਿੱਚ ਜਾਣ ਤੋਂ, ਐਕਟਿਵ ਜੋ ਜਮਾਤ ਵਿੱਚ ਜਾ ਕੇ, ਉਸ ਤੋਂ ਬਾਅਦ ਪੋਸਟ ਜੋ ਫੀਡਬੈਕ ਲੈਂਦੇ ਆ ਬਾਅਦ ਵਾਲਾ ਸਮਾਂ। ਉਸ ਤੋਂ ਅੱਗੇ ਦੀ ਪਾਠ ਯੋਜਨਾ ਦੀ ਹਰਬਾਰਸ਼ੀਅਨ ਅਪਰੋਚ ਕੀ ਹੈ। ਠੀਕ ਹੈ, ਪਹੁੰਚ ਕੀ ਹੈ। ਲੈਸਨ ਪਲੈਨਿੰਗ ਆਫ ਹਰਬਰਟੇਨ ਅਪਰੋਚ। ਕਈ ਕਿਸਮ ਦੀਆਂ ਪਾਠ ਯੋਜਨਾਵਾਂ ਹੁੰਦੀਆਂ ਨੇ, ਕਈ ਕਿਸਮ ਦੀਆਂ ਪਾਠ ਯੋਜਨਾਵਾਂ ਨੇ। JF ਹਰਬਰਟ ਅਤੇ ਕਈ ਹੋਰ ਸਿੱਖਿਆ ਸ਼ਾਸਤਰੀਆਂ ਦੇ ਪੜ੍ਹਾਉਣ ਦੇ 6 ਰਸਮੀ ਚਰਨ ਦੱਸਿਆ। ਜੇਕਰ ਅਸੀਂ JF ਹਰਬਰਟ ਦੀ ਗੱਲ ਕਰੀਏ ਤੇ ਹੋਰ ਸਿੱਖਿਆ ਸ਼ਾਸਤਰੀਆਂ ਦੀ ਗੱਲ ਕਰੀਏ ਤਾਂ 6 ਉਹਨਾਂ ਨੇ ਰਸਮੀ ਜਿਹੜੇ ਚਰਨ ਹੈ ਉਹ ਦੱਸੇ ਨੇ ਲੈਸਨ ਪਲੈਨਿੰਗ ਨੂੰ ਲੈ ਕੇ। ਕਿਹੜੇ ਕਿਹੜੇ ਨੇ ਉਹ, ਹਰਬਰਟ ਪਹੁੰਚ ਦੇ ਚਰਨ ਕਿਹੜੇ ਕਿਹੜੇ ਨੇ। ਫਸਟ ਹੈ ਜੀ ਤਿਆਰੀ, ਕਹਿੰਦੇ ਪਹਿਲਾਂ ਤਿਆਰੀ ਪ੍ਰੈਪਰੇਸ਼ਨ ਕੀਤੀ ਜਾਂਦੀ, ਪੂਰੀ ਤਿਆਰੀ ਕੀਤੀ ਜਾਂਦੀ ਹੈ। ਠੀਕ ਹੈ, ਕਲਾਸ ਦੇ ਵਿੱਚ ਜਾਣ ਤੋਂ ਪਹਿਲਾਂ ਪੂਰੀ ਤਿਆਰੀ, ਉਹੀ ਜੋ ਆਪਾਂ ਪੜ੍ਹ ਕੇ ਆਏ ਹਾਂ ਪਹਿਲਾਂ। ਠੀਕ ਹੈ, ਪ੍ਰੀ ਦੇ ਵਿੱਚ, ਪ੍ਰੀ ਟ੍ਰੇਨਿੰਗ ਦੇ ਵਿੱਚ। ਠੀਕ ਹੈ, ਆਪਾਂ ਪਿੱਛੇ ਪੜ੍ਹ ਕੇ ਆਏ ਹਾਂ ਨਾ, ਪ੍ਰੀ ਟੀਚਿੰਗ ਪਲੈਨਿੰਗ। ਸੋ ਤਿਆਰੀ ਕੀਤੀ ਜਾਂਦੀ ਹੈ ਪੂਰੀ ਤਰ੍ਹਾਂ ਨਾਲ, ਕਿਹੜੀ ਵਿਧੀ ਰਾਹੀਂ ਪੜ੍ਹਾਉਣਾ ਹੈ, ਕਿਹੜਾ ਟੌਪਿਕ ਪੜ੍ਹਾਉਣਾ ਹੈ, ਕਿੰਨੇ ਸਮੇਂ ਵਿੱਚ ਪੂਰਾ ਕਰਵਾਉਣਾ, ਕਦੋਂ ਕੁਐਸਚਨ ਪੁੱਛਣੇ ਆ ਵਗੈਰਾ ਸਾਰਾ ਕੁਛ। ਠੀਕ ਹੈ, ਤਿਆਰੀ ਕੀਤੀ ਜਾਂਦੀ ਹੈ। ਠੀਕ ਹੈ, ਉਸ ਤੋਂ ਅੱਗੇ ਹੈ ਜੀ ਪ੍ਰਸਤਾਵਨਾ ਜਾਂ ਵਿਧੀ। ਉਹਦੇ ਬਾਅਦ ਪ੍ਰੈਜੈਂਟੇਸ਼ਨ ਕੀਤੀ ਜਾਂਦੀ ਹੈ, ਕਲਾਸ ਦੇ ਵਿੱਚ ਜਾਇਆ ਜਾਂਦਾ ਹੈ, ਉਸ ਤੋਂ ਜਿਹੜੀ ਹੈ ਪ੍ਰੈਜੈਂਟੇਸ਼ਨ ਕੀਤੀ ਜਾਂਦੀ ਹੈ। ਠੀਕ ਹੈ, ਆਪਣਾ ਜੋ ਵੀ ਲੈਸਨ ਪਲਾਨ ਤਿਆਰ ਕੀਤਾ ਹੈ, ਇਹਦੇ ਵਿੱਚ ਇਹ ਨਹੀਂ ਹੈਗਾ ਜੀ ਡਾਇਰੈਕਟ ਜਾ ਕੇ ਪੜ੍ਹਾਉਣ ਲੱਗ ਜਾਂਦਾ ਹੈ ਅਧਿਆਪਕ, ਇੱਦਾਂ ਨਹੀਂ ਕਰਦਾ। ਉਹ ਪ੍ਰਸਤਾਵਨਾ ਕਰਦਾ, ਹੌਲੀ ਹੌਲੀ ਸਟਾਰਟ ਕਰਦਾ, ਥੋੜ੍ਹੇ ਥੋੜ੍ਹੇ ਜਿਹੜੇ ਕੁਐਸਚਨ ਨੇ ਵਿਦਿਆਰਥੀ ਨੂੰ ਪੁੱਛਦਾ ਹੈ, ਪੁਰਾਣੀ ਨੌਲੇਜ ਵਿਦਿਆਰਥੀ ਦੀ ਚੈੱਕ ਕਰਦਾ ਹੈ। ਠੀਕ ਹੈ, ਉਹ ਸਾਰੀ ਨੌਲੇਜ ਚੈੱਕ ਕਰਨ ਤੋਂ ਬਾਅਦ ਫਿਰ ਉਹ ਵਿਧੀ ਵਗੈਰਾ ਸਾਰਾ ਕੁਛ ਕਿਹੜੀ ਵਿਧੀ ਰਾਹੀਂ ਬੱਚੇ ਸਿੱਖ ਸਕਦੇ ਹੋ ਸਭ ਦਾ ਜਿਹੜਾ ਧਿਆਨ ਵਿੱਚ ਰੱਖਦੇ ਹੋਏ ਫਿਰ ਉਹ ਦੱਸਦਾ ਕਿ ਕਿਹੜਾ ਟੌਪਿਕ ਕਲਾਸ ਦੇ ਵਿੱਚ ਕਰਨਾ ਹੈ। ਫਿਰ ਤੁਲਨਾ ਜਾਂ ਸੰਬੰਧ, ਫਿਰ ਵਿਦਿਆਰਥੀ ਦੀ ਪੁਰਾਣੀ ਨੌਲੇਜ ਦੇ ਆਧਾਰ 'ਤੇ ਜਿਹੜੀ ਹੁਣ ਨਵੀਂ ਨੌਲੇਜ ਦੇਣੀ ਹੈ ਉਹਨਾਂ ਦੇ ਵਿੱਚ ਤੁਲਨਾ ਕਰਦਾ ਹੈ ਅਤੇ ਉਹਨਾਂ ਦੇ ਵਿੱਚ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰਦਾ ਹੈ, ਐਸੋਸਾਈਕੇਸ਼ਨ ਕਰਦਾ ਹੈ, ਤੁਲਨਾ ਜਾਂ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰਦਾ ਕਿ ਵਿਦਿਆਰਥੀ ਨੂੰ ਜਿਹੜੀ ਇਹ ਸਮਝ ਲੱਗ ਜਾਵੇ। ਤੁਲਨਾ ਵੀ ਦੱਸਦਾ, ਡਿਫਰੈਂਸ ਵੀ ਦੱਸਦਾ ਅਤੇ ਸੰਬੰਧ ਵੀ ਬਾਰੇ ਵਿੱਚ ਵੀ ਦੱਸਦਾ ਹੈ ਅਧਿਆਪਕ। ਉਸ ਤੋਂ ਬਾਅਦ ਨਿਯਮੀਕਰਨ, ਸਧਾਰਨੀਕਰਨ, ਜਰਨਲਾਈਜੇਸ਼ਨ ਕਰਦਾ ਹੈ। ਫਿਰ ਉਹਨਾਂ ਦੋਨਾਂ ਦੇ ਵਿੱਚ ਸਮਝੋਜਨ ਕਰਨ ਦੀ ਕੋਸ਼ਿਸ਼ ਕਰਦਾ ਹੈ, ਦੋਨਾਂ ਨੌਲੇਜ ਨੂੰ ਜਿਹੜਾ ਇਕੱਠਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਠੀਕ ਹੈ, ਉਸ ਤੋਂ ਬਾਅਦ ਲਾਗੂ ਕਰਨਾ ਜਾਂ ਪ੍ਰਸੰਗਿਕਤਾ, ਅਪਲਾਈਕੇਸ਼ਨ, ਉਹਦੇ ਬਾਅਦ ਅਪਲਾਈਕੇਸ਼ਨ ਕਰਦਾ ਹੈ, ਉਹਨੂੰ ਜਿਹੜਾ ਕਲਾਸ ਦੇ ਵਿੱਚ ਉਹ ਟੌਪਿਕ ਹੈ ਉਹ ਕਰਵਾਉਂਦਾ ਹੈ। ਫਿਰ ਦੁਹਰਾਈ ਕਰਵਾਉਂਦਾ ਹੈ। ਠੀਕ ਹੈ, ਫਸਟ ਕੀ ਕਰਦਾ ਹੈ, ਤਿਆਰੀ ਕਰਦਾ ਪੂਰੀ ਆਪਦੀ। ਸੈਕਿੰਡ ਕਲਾਸ ਦੇ ਵਿੱਚ ਜਾਂਦਾ ਹੈ, ਉੱਥੇ ਬੱਚਿਆਂ ਨੂੰ ਦੀ ਜਿਹੜੀ ਪੁਰਾਣੀ ਨੌਲੇਜ ਚੈੱਕ ਕਰਨ ਦੀ ਕੋਸ਼ਿਸ਼ ਕਰਦਾ ਅਤੇ ਆਪਦੇ ਟੌਪਿਕ ਨੂੰ ਘੋਸ਼ਿਤ ਕਰਦਾ ਹੈ। ਠੀਕ ਹੈ, ਇਹ ਨਹੀਂ ਡਾਇਰੈਕਟ ਜਾ ਕੇ ਹੌਲੀ ਹੌਲੀ ਕਰਕੇ। ਫਿਰ ਤੁਲਨਾ, ਪੁਰਾਣੀ ਨੌਲੇਜ ਅਤੇ ਨਵੀਂ ਨੌਲੇਜ ਦਾ ਤੁਲਨਾ ਅਤੇ ਉਹਦੇ ਵਿੱਚ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਸੰਬੰਧ ਅਤੇ ਤੁਲਨਾ ਕਰਨ ਤੋਂ ਬਾਅਦ ਸਧਾਰੀਕਰਨ ਕਰਨ ਦੀ ਕੋਸ਼ਿਸ਼ ਕਰਦਾ, ਜਰਨਲਾਈਜੇਸ਼ਨ ਉਹਨਾਂ ਦੇ ਵਿੱਚ ਸਮਝੋਜਨ ਗਿਆਨ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰਦਾ ਹੈ। ਠੀਕ ਹੈ, ਫਿਰ ਲਾਗੂ ਕਰਨਾ ਜਾਂ ਪ੍ਰਸੰਗਿਤ ਕਰਨਾ, ਫਿਰ ਪੂਰਾ ਆਪਦਾ ਜਿਹੜਾ ਟੌਪਿਕ ਕਰਵਾਉਣਾ ਉਹ ਕਲਾਸ ਦੇ ਵਿੱਚ ਕਰਵਾਉਂਦਾ ਅਤੇ ਉਸ ਤੋਂ ਬਾਅਦ ਦੁਹਰਾਈ ਕਰਵਾਉਂਦਾ ਹੈ। ਇਹ ਹਰਬਰਟ ਅਪਰੋਚ ਦੇ ਪਹੁੰਚ ਦੇ ਚਰਨ ਸੀਗੇ। ਤੁਸੀਂ ਵੀ ਇੱਦਾਂ ਹੀ ਜਿਹੜਾ ਕਲਾਸ ਦੇ ਵਿੱਚ ਐਗਜ਼ਾਮ ਦੇ ਵਿੱਚ ਤੁਸੀਂ ਜਿਹੜਾ ਲਿਖ ਸਕਦੇ ਹੋ।
ਸੋ ਇਹਨੂੰ ਮੈਂ ਡਿਟੇਲ ਦੇ ਵਿੱਚ ਨਹੀਂ ਲਿਖਿਆ, ਬਟ ਮੈਂ ਤੁਹਾਨੂੰ ਸਮਝਾ ਦਿੱਤਾ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ। ਓਕੇ, ਹਰਬਰਟ ਦੀ ਪਾਠ ਯੋਜਨਾ ਦੀ ਪਹੁੰਚ ਇੱਕ ਸਿਲਸਿਲੇਵਾਰ ਯੋਜਨਾ। ਇਹਦੀ ਜਿਹੜੀ ਯੋਜਨਾ ਹੈ ਨਾ ਪਾਠ ਯੋਜਨਾ ਨੂੰ ਲੈ ਕੇ ਇੱਕ ਸਿਲਸਿਲੇਵਾਰ ਹੈ, ਮਤਲਬ ਇੱਥੇ ਲੈਸਨ ਪਲਾਨ ਦੀ ਗੱਲ ਹੋ ਰਹੀ ਹੈ ਕਿ ਕਿਵੇਂ ਬਣਾਉਣਾ ਤੇ ਕਿਵੇਂ ਜਾ ਕੇ ਜਿਹੜਾ ਉਹਦਾ ਐਂਡ ਹੈ ਉਹ ਕਰਨਾ ਹੈ। ਠੀਕ ਹੈ, ਹਰਬਰਟ ਦੀ ਪਾਠ ਯੋਜਨਾ ਦੀ ਪਹੁੰਚ ਇੱਕ ਸਿਲਸਿਲੇਵਾਰ ਯੋਜਨਾ ਹੈ ਜਿਸ ਦੇ ਆਧਾਰ ਤੇ ਅਧਿਆਪਨ ਸਿੱਖਣ ਪ੍ਰਕਿਰਿਆ ਨੂੰ ਇੱਕ ਪ੍ਰਭਾਵਸ਼ਾਲੀ ਦਿਸ਼ਾ ਪ੍ਰਦਾਨ ਕਰਦਾ ਹੈ, ਤੇ ਜਿੰਦੇ ਆਧਾਰ ਤੇ ਅਧਿਆਪਨ ਹੈ ਜਿਹੜਾ ਸਿੱਖਣ ਪ੍ਰਕਿਰਿਆ ਹੈ ਉਹਨੂੰ ਇੱਕ ਪ੍ਰਭਾਵਸ਼ਾਲੀ ਦਿਸ਼ਾ ਮਿਲਦੀ ਹੈ। ਨੈਕਸਟ ਆ ਗਈ ਜੀ ਆਪਣੀ ਅਪਰੋਚ RCEM ਅਪਰੋਚ। RCEM ਅਪਰੋਚ ਦੀ ਗੱਲ ਕਰਾਂਗੇ। RCEM ਦੀ ਇਹ ਪਹੁੰਚ ਸਿੱਖਿਆ ਦੇ ਖੇਤਰੀ ਕਾਲਜ ਮੈਸੂਰ ਵਿੱਚ ਵਿਕਸਿਤ ਕੀਤੀ ਗਈ। ਸੋ RCEM ਦੀ ਇਹ ਜਿਹੜੀ ਪਹੁੰਚ ਹੈ ਨਾ ਇਹ ਸਿੱਖਿਆ ਦੇ ਖੇਤਰ ਮੈਸੂਰ ਵਿੱਚ ਵਿਕਸਿਤ ਕੀਤੀ ਗਈ ਸੀ। RCEM ਦੀ ਇਹ ਪਹੁੰਚ ਸਿੱਖਿਆ ਦੇ ਖੇਤਰੀ ਕਾਲਜ ਮੈਸੂਰ ਵਿੱਚ ਵਿਕਸਿਤ ਕੀਤੀ ਗਈ ਸੀ। ਇਹ ਸਿੱਖਿਆ ਭਾਰਤੀ ਸ਼ਸਤਰੀਆਂ ਵੱਲੋਂ ਖੋਜੀ ਅਤੇ ਵਿਕਸਿਤ ਕੀਤੀ ਗਈ। ਇਹ ਜਿਹੜੀ ਸਿੱਖਿਆ ਜਿਹੜੀ ਅਪਰੋਚ ਸੀਗੀ ਭਾਰਤੀ ਸ਼ਸਤਰੀਆਂ ਵੱਲੋਂ ਖੋਜੀ ਗਈ ਸੀ ਤੇ ਉਹਨਾਂ ਦੇ ਦੁਆਰਾ ਹੀ ਵਿਕਸਿਤ ਕੀਤੀ ਗਈ ਸੀ। ਠੀਕ ਹੈ, ਮੈਸੂਰ ਦੇ ਵਿੱਚ ਇਹ ਵਿਕਸਿਤ ਕੀਤੀ ਗਈ ਸੀ ਸਿੱਖਿਆ ਦੇ ਖੇਤਰੀ ਕਾਲਜ ਦੇ ਵਿੱਚ, ਤੇ ਭਾਰਤੀਆਂ ਦਾ ਇਹਦੇ ਵਿੱਚ ਜ਼ਿਆਦਾ ਜਿਹੜਾ ਯੋਗਦਾਨ ਸੀ ਕਿਉਂਕਿ ਉਹਨਾਂ ਦੁਆਰਾ ਖੋਜੀ ਅਤੇ ਵਿਕਸਿਤ ਕੀਤੀ ਗਈ ਸੀ। ਇਸ ਸਿਫਾਰਿਸ਼ ਦੀ ਦੂਸਰਿਆਂ ਨਾਲੋਂ ਕੁਝ ਵਧੀਆ ਕਿਸਮ ਹੈ। ਸੋ ਇਹ ਜਿਹੜੀ ਪਹੁੰਚ ਹੈ ਇਹਦੀ ਦੂਸਰਿਆਂ ਨਾਲੋਂ ਕੁਝ ਇਹ ਵਧੀਆ ਕਿਸਮ ਮੰਨੀ ਜਾਂਦੀ ਹੈ। ਇਸ ਪਹੁੰਚ ਵਿੱਚ ਬਲੂਮ ਦੀ ਸ਼੍ਰੇਣੀਬੱਧਤਾ ਨੂੰ ਕੁਝ ਤਬਦੀਲੀਆਂ ਦੇ ਨਾਲ ਵਰਤਿਆ ਗਿਆ। ਬਲੂਮ ਸੀਗਾ ਜਿਹੜਾ ਉਹਦੀ ਸ਼੍ਰੇਣੀਬੱਧਤਾ ਸੀ ਨੂੰ ਜਿਹੜਾ ਕੁਝ ਤਬਦੀਲੀਆਂ ਦੇ ਨਾਲ ਇਹਦੇ ਵਿੱਚ ਵਰਤਿਆ ਗਿਆ ਹੈ। ਇਸ ਪਹੁੰਚ ਵਿੱਚ 17 ਮਾਨਸਿਕ ਕਿਰਿਆਵਾਂ ਵਰਤੀਆਂ ਗਈਆਂ ਨੇ। ਸੋ 17 ਜੋ ਬਲੂਮ ਦੀਆਂ ਸੀਗੀਆਂ ਉਹਨਾਂ ਨੂੰ 17 ਮਾਨਸਿਕ ਕਿਰਿਆਵਾਂ ਇਸ ਅਪਰੋਚ ਦੇ ਵਿੱਚ ਵਰਤੀਆਂ ਗਈਆਂ ਨੇ। ਸੋ RCEM ਅਪਰੋਚ ਦਾ ਇੱਕ ਬਣਿਆ ਹੋਇਆ ਜੀ ਛੋਟੀ ਜਿਹੀ ਡਾਇਗ੍ਰਾਮ ਹੈ। ਵਿਸ਼ਾ ਸਮੱਗਰੀ ਇੰਡੈਕਸ, ਉਸ ਤੋਂ ਬਾਅਦ ਪ੍ਰਕਿਰਿਆ ਪ੍ਰੋਸੈਸ ਤੇ ਨਤੀਜੇ ਰਿਜ਼ਲਟ। ਬਹੁਤ ਸੌਖਾ ਜੀ, ਵਿਸ਼ਾ ਸਮੱਗਰੀ ਪਹਿਲਾਂ ਆ ਜਾਊਗਾ, ਸਾਰਾ ਵਿਸ਼ਾ ਸਮੱਗਰੀ ਦੇ ਨਾਲ ਸੰਬੰਧਿਤ ਹੈ ਜੀ ਇੱਥੇ। ਉਸ ਤੋਂ ਬਾਅਦ ਵਿਸ਼ਾ ਸਮੱਗਰੀ ਸਾਰੀ ਇਕੱਠੀ ਕਰਨ ਤੋਂ ਬਾਅਦ ਸਾਰਾ ਇੱਕ ਤਿਆਰ ਕਰਨ ਤੋਂ ਬਾਅਦ ਨੌਲੇਜ ਦਾ ਇੰਡੈਕਸ। ਉਸ ਤੋਂ ਬਾਅਦ ਕੀ ਹੁੰਦਾ ਪ੍ਰੋਸੈਸ, ਪ੍ਰਕਿਰਿਆ ਹੁੰਦੀ, ਪ੍ਰੋਸੈਸ ਕੀਤਾ ਜਾਂਦਾ ਪੂਰਾ। ਠੀਕ ਹੈ, ਕਲਾਸ ਦੇ ਵਿੱਚ ਇੰਪਲੀਮੈਂਟ ਵਗੈਰਾ ਕੀਤੀ ਜਾਂਦਾ ਲੈਸਨ ਪਲਾਨ। ਉਸ ਤੋਂ ਬਾਅਦ ਨਤੀਜੇ ਰਿਜ਼ਲਟ, ਉਸ ਤੋਂ ਬਾਅਦ ਜਿਹੜੇ ਨਤੀਜੇ ਆ ਉਹ ਦੇਖੇ ਜਾਂਦੇ ਨੇ। ਠੀਕ ਹੈ, ਵਿਸ਼ਾ ਸਮੱਗਰੀ, ਪ੍ਰਕਿਰਿਆ ਤੇ ਨਤੀਜੇ। ਇਹਦੇ ਲਾਭ ਕੀ ਨੇ? ਇਹ ਸੌਖੀ ਅਤੇ ਸਿਲਸਿਲੇਵਾਰ ਵਿਧੀ ਹੈ। ਇਹ ਜਿਹੜੀ ਸੌਖੀ ਹੈ ਵਿਧੀ ਤੇ ਸਿਲਸਿਲੇਵਾਰ ਵਿਧੀ ਹੈਗੀ ਹੈ। ਸੈਕਿੰਡ, ਇਸ ਨੂੰ ਸਕੂਲ ਦੇ ਹਰੇਕ ਵਿਸ਼ਿਆਂ ਤੇ ਲਾਗੂ ਕੀਤਾ ਜਾਂਦਾ। ਸਕੂਲ ਦੇ ਹਰ ਇੱਕ ਜਿਹੜਾ ਵਿਸ਼ੇ ਤੇ ਇਹਨੂੰ ਜਿਹੜਾ ਲਾਗੂ ਹੈ ਉਹ ਕੀਤਾ ਜਾ ਸਕਦਾ ਹੈ। ਇਸ ਨੂੰ ਸਕੂਲ ਦੇ ਹਰੇਕ ਵਿਸ਼ਿਆਂ ਤੇ ਲਾਗੂ ਕੀਤਾ ਜਾ ਸਕਦਾ ਹੈ। ਇਹ ਮਨੁੱਖੀ ਮਾਨਸਿਕ ਪ੍ਰਕਿਰਿਆਵਾਂ ਨੂੰ ਆਧਾਰ ਤੇ ਵਿਆਖਿਆ ਕਰਦੀ ਹੈ। ਇਹ ਮਨੁੱਖੀ ਮਾਨਸਿਕ ਪ੍ਰਕਿਰਿਆਵਾਂ ਨੂੰ ਆਧਾਰ ਤੇ ਵਿਆਖਿਆ ਵੀ ਕਰਦੀ ਹੈ ਪੂਰੀ ਤਰ੍ਹਾਂ ਦੇ ਨਾਲ। ਫੋਰਥ ਹੈ ਜੀ ਸਿਖਿਆਰਥੀ ਅਤੇ ਅਧਿਆਪਨ ਪ੍ਰਕਿਰਿਆ ਵਿੱਚ ਅੰਤਰ ਕਿਰਿਆ ਸਥਾਪਿਤ ਕਰਦੀ ਹੈ। ਵਿਦਿਆਰਥੀਆਂ ਦੇ ਵਿੱਚ ਤੇ ਅਧਿਆਪਕ ਦੇ ਦੁਆਰਾ ਕੀਤੀ ਗਈ ਅਧਿਆਪਨ ਪ੍ਰਕਿਰਿਆ ਜੋ ਟੀਚਿੰਗ ਕੀਤੀ ਜਾਂਦੀ ਹੈ ਉਹਦੇ ਵਿੱਚ ਜਿਹੜਾ ਸੰਬੰਧ ਕਾਇਮ ਕਰਨ ਦੀ ਜਿਹੜੀ ਹੈ ਕੋਸ਼ਿਸ਼ ਹੈ ਉਹ ਕਰਦੀ ਹੈ। ਸੰਬੰਧ ਨੂੰ ਜਿਹੜੀ ਸਥਾਪਿਤ ਆ ਉਹ ਕਰਦੀ ਹੈ। ਸਿਖਿਆਰਥੀ ਅਤੇ ਅਧਿਆਪਨ ਪ੍ਰਕਿਰਿਆ ਵਿੱਚ ਅੰਤਰ ਕਿਰਿਆ ਸਥਾਪਿਤ ਕਰਦੀ ਹੈ। ਸਿਖਿਆਰਥੀ ਅਤੇ ਅਧਿਆਪਨ ਪ੍ਰਕਿਰਿਆ ਵਿੱਚ ਅੰਤਰ ਕਿਰਿਆ ਸਥਾਪਿਤ ਕਰਦੀ ਹੈ। ਹੁਣ ਇਹਦੀਆਂ ਹਾਨੀਆਂ ਕੀ ਨੇ? ਫਸਟ ਹੈ ਜੀ ਵਿਸ਼ਾ ਸਮੱਗਰੀ ਵਿੱਚ 17 ਮਾਨਸਿਕ ਪ੍ਰਕਿਰਿਆਵਾਂ ਵਿੱਚ ਪ੍ਰਭਾਵੀ ਮਾਨਸਿਕ ਪ੍ਰਕਿਰਿਆਵਾਂ ਨੂੰ ਲੱਭਣਾ ਬਹੁਤ ਮੁਸ਼ਕਿਲ ਹੈ ਕਿਉਂਕਿ 17 ਇਹਦੇ ਵਿੱਚ ਮਾਨਸਿਕ ਪ੍ਰਕਿਰਿਆਵਾਂ ਨੇ। ਉਹਨਾਂ ਦੇ ਵਿੱਚ ਚੰਗੀਆਂ ਜਾਂ ਪ੍ਰਭਾਵੀ ਜੋ ਪ੍ਰਭਾਵ ਪਾਉਣ ਵਾਲੀਆਂ ਮਾਨਸਿਕ ਪ੍ਰਕਿਰਿਆਵਾਂ ਨੇ ਉਹਨਾਂ ਨੂੰ ਲੱਭਣਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੈ। ਸੈਕਿੰਡ, ਇਸ ਪਹੁੰਚ ਦੀ ਮਾਤਰਾ ਅਤੇ ਗੁਣ ਸੀਮਤ ਹਨ। ਇਸ ਪਹੁੰਚ ਦੀ ਜੇਕਰ ਮਾਤਰਾ ਦੀ ਗੱਲ ਕਰੀਏ ਤੇ ਗੁਣਾਂ ਦੀ ਗੱਲ ਕਰੀਏ ਉਹ ਬਹੁਤ ਹੀ ਸੀਮਤ ਨੇ, ਬਹੁਤ ਹੀ ਜ਼ਿਆਦਾ ਘੱਟ ਨੇ। ਠੀਕ ਹੈ। ਥਰਡ ਹੈ ਜੀ ਵੱਖ-ਵੱਖ ਮਾਨਸਿਕ ਪ੍ਰਕਿਰਿਆਵਾਂ ਵੱਖ-ਵੱਖ ਉਦੇਸ਼ਾਂ ਅਨੁਸਾਰ ਹੈ ਜਿਨ੍ਹਾਂ ਦਾ ਸੰਤੁਲਨ ਔਖਾ ਹੈ। ਸੋ ਵੱਖ-ਵੱਖ ਜਿਹੜੀਆਂ ਮਾਨਸਿਕ ਪ੍ਰਕਿਰਿਆਵਾਂ ਇਹਦੇ ਵਿੱਚ ਨਿਰਧਾਰਿਤ ਕੀਤੀਆਂ ਗਈਆਂ ਨੇ ਸਾਰਿਆਂ ਦਾ ਉਦੇਸ਼ ਜਿਹੜਾ ਵੱਖਰਾ ਵੱਖਰਾ ਹੈ ਤੇ ਕਿਹਨੂੰ ਕਿਹਦੇ ਲਈ ਪ੍ਰਯੋਗ ਕਰਨਾ ਇਸ ਦਾ ਜਿਹੜਾ ਸੰਤੁਲਨ ਜਿਹੜਾ ਕਰਨਾ ਔਖਾ ਹੈ, ਜਿਨ੍ਹਾਂ ਦਾ ਸੰਤੁਲਨ ਔਖਾ ਹੈ। ਵੱਖ-ਵੱਖ ਮਾਨਸਿਕ ਪ੍ਰਕਿਰਿਆਵਾਂ ਵੱਖ-ਵੱਖ ਉਦੇਸ਼ਾਂ ਅਨੁਸਾਰ ਹੈ ਜਿਨ੍ਹਾਂ ਦਾ ਸੰਤੁਲਨ ਔਖਾ ਹੈ। ਇਸ ਪਹੁੰਚ ਲਈ ਵੱਖ-ਵੱਖ ਮਾਨਸਿਕ ਪ੍ਰਕਿਰਿਆਵਾਂ ਨੂੰ ਸਮਝਣਾ ਮੁਸ਼ਕਿਲ ਹੈ। ਜੋ ਜਿੰਨੀਆਂ ਵੀ ਮਾਨਸਿਕ ਪ੍ਰਕਿਰਿਆਵਾਂ ਨੇ ਉਹਨਾਂ ਨੂੰ ਸਮਝਣਾ ਜਿਹੜਾ ਮੁਸ਼ਕਿਲ ਹੈ ਕਿਉਂਕਿ ਬਹੁਤ ਜ਼ਿਆਦੀਆਂ ਨੇ ਮਾਨਸਿਕ ਪ੍ਰਕਿਰਿਆਵਾਂ। ਸੋ ਇਹ ਸੀਗਾ, ਇਹਨੂੰ ਜ਼ਿਆਦਾ ਜਿਹੜਾ ਡਿਟੇਲ ਦੇ ਵਿੱਚ ਨਹੀਂ ਲਿਖਿਆ ਗਿਆ ਹੈ।
ਸੋ ਇੰਨਾ ਹੀ ਮੈਂ ਲਿਖਿਆ। ਜੇਕਰ ਹੋਰ ਡਿਟੇਲ ਲੈਣੀ ਹੈ ਤਾਂ ਤੁਸੀਂ ਆਪਣੀ ਬੁੱਕ ਦੇ ਕੋਲੋਂ ਵਿੱਚੋਂ ਜਿਹੜਾ ਲਰਨ ਆ ਉਹ ਕਰ ਸਕਦੇ ਹੋ। ਨੈਕਸਟ ਆ ਗਿਆ ਜੀ ਆਪਣਾ ਕੰਸਟਰਕਸ਼ਨ ਅਪਰੋਚ, ਰਚਨਾਤਮਕ ਪਹੁੰਚ। ਰਚਨਾਤਮਕ ਪਹੁੰਚ ਤੋਂ ਸਪਸ਼ਟ ਹੁੰਦਾ ਹੈ ਉਹ ਪਾਠ ਯੋਜਨਾ ਜਿਸ ਨੂੰ ਜ਼ਰੂਰਤ ਅਨੁਸਾਰ ਰਚਿਤ ਕੀਤਾ ਜਾ ਸਕੇ। ਇਸ ਤਰ੍ਹਾਂ ਦੀ ਪਾਠ ਯੋਜਨਾ ਜ਼ਿਆਦਾਤਰ ETT ਅਤੇ B.Ed ਵਿਦਿਆਰਥੀ ਅਧਿਆਪਨ ਤਿਆਰ ਕਰਦੇ ਹਨ, ਜਿਸ ਵਿੱਚ ਵੱਖ-ਵੱਖ ਕੌਂਸਲਾਂ ਅਤੇ ਪਹੁੰਚ ਦਾ ਪ੍ਰਯੋਗ ਕੀਤਾ ਜਾਂਦਾ ਹੈ। ਪਰ ਇਹਨਾਂ ਸਾਰੀਆਂ ਰਚਨਾਤਮਕ ਤਕਨੀਕਾਂ ਦਾ ਇੱਕ ਆਧਾਰ ਹੁੰਦਾ ਹੈ, ਉਹ ਸਾਰੀਆਂ ਪਾਠ ਯੋਜਨਾ ਨੂੰ ਨਿਰਦੇਸ਼ਨ ਕਰਦੇ ਹਨ। ਸੋ ਰਚਨਾਤਮਕ ਪਹੁੰਚ ਕੀ ਹੈ, ਜੋ ਕਿ B.Ed ਤੇ ETT ਦੇ ਵਿਦਿਆਰਥੀ ਤਿਆਰ ਕਰਦੇ ਨੇ। ਹੁਣ ਤੁਸੀਂ B.Ed 3rd ਸਮੈਸਟਰ ਦੇ ਵਿੱਚ ਤਿਆਰ ਕਰੋਗੇ ਨਾ ਲੈਸਨ ਪਲਾਨ ਪਾਠ ਯੋਜਨਾ, ਉਦੋਂ ਤੁਸੀਂ ਰਚਨਾਤਮਕ ਪਹੁੰਚ ਨੂੰ ਲੈ ਕੇ ਤੁਸੀਂ ਲੈਸਨ ਪਲਾਨ ਤਿਆਰ ਕਰੋਗੇ, ਠੀਕ ਹੈ, ਕਿਉਂਕਿ ਆਪਦੇ ਜਿਹੜੇ ਆ ਜ਼ਰੂਰਤ ਅਨੁਸਾਰ ਉਹਨਾਂ ਨੂੰ ਜਿਹੜਾ ਬਣਾਓਗੇ, ਠੀਕ ਹੈ। ਕੋਈ ICT ਬੇਸਡ ਬਣਾਓਗੇ, ਟੈਸਟ ਬੇਸਡ ਬਣਾਓਗੇ, ਮਾਡਲ ਟੈਸਟ ਬੇਸਡ ਬਣਾਓਗੇ, ਠੀਕ ਆ, ਮਾਈਕਰੋ ਮੈਕਰੋ ਅਲੱਗ-ਅਲੱਗ ਪ੍ਰਕਾਰ ਦੇ ਜਿਹੜੇ ਲੈਸਨ ਪਲਾਨ ਆ ਤੁਸੀਂ ਜਿਹੜੇ ਰੈਡੀ ਆ ਉਹ ਕਰੋਗੇ। ਸੋ ਉਸੇ ਰਚਨਾਤਮਕ ਅਪਰੋਚ ਦੀ ਇੱਥੇ ਗੱਲ ਹੋ ਰਹੀ ਹੈ। ਰਚਨਾਤਮਕ ਪਹੁੰਚ ਤੋਂ ਸਪਸ਼ਟ ਹੁੰਦਾ ਹੈ ਉਹ ਪਾਠ ਯੋਜਨਾ ਜਿਸ ਨੂੰ ਜ਼ਰੂਰਤ ਅਨੁਸਾਰ ਰਚਿਤ ਕੀਤਾ ਜਾ ਸਕੇ, ਜ਼ਰੂਰਤ ਅਨੁਸਾਰ ਜਿਸ ਨੂੰ ਬਣਾਇਆ ਜਾਂਦਾ। ਤੇ B.Ed ਤੇ ETT ਦੇ ਵਿਦਿਆਰਥੀ ਇਹਦਾ ਜਿਹੜਾ ਯੂਜ਼ ਹੈ ਉਹ ਕਰਦੇ ਆ, ਕਿਉਂਕਿ ਵੱਖ-ਵੱਖ ਕੌਸ਼ਲਾਂ ਦਾ ਇਹਦੇ ਵਿੱਚ ਜਿਹੜਾ ਪ੍ਰਯੋਗ ਹੈ ਉਹ ਕੀਤਾ ਜਾਂਦਾ ਹੈ। ਸੋ ਕੰਸਟਰਕਸ਼ਨ ਆਫ ਲੈਸਨ ਪਲੈਨਿੰਗ, ਹੁਣ ਤੁਸੀਂ ਬਣਾਉਣੇ ਹੋਣਗੇ ਲੈਸਨ ਪਲਾਨ ਨੈਕਸਟ B.Ed 3rd ਸਮੈਸਟਰ ਦੇ ਵਿੱਚ। ਵੀਡੀਓ ਬਹੁਤ ਜ਼ਿਆਦਾ ਬਣੀਆਂ ਹੋਈਆਂ ਨੇ B.Ed 3rd ਸਮੈਸਟਰ ਨੂੰ ਲੈ ਕੇ, ਲੈਸਨ ਪਲਾਨ ਕਿਵੇਂ ਰੈਡੀ ਤੁਸੀਂ ਕਰਨੇ ਆ, ਠੀਕ ਹੈ। ਉਹਨਾਂ ਦੇ ਕੁਝ ਦੇ ਮੈਂ ਲਿੰਕ ਵੀ ਥੱਲੇ ਦਿੱਤੇ ਹੋਏ ਨੇ। ਇਹ ਤਾਂ ਇੱਕ ਛੋਟਾ ਜਿਹੜਾ ਫਾਰਮੈਟ ਹੀ ਹੈ, ਠੀਕ ਹੈ। ਪੂਰਾ ਜੇਕਰ ਤੁਸੀਂ ਲੈਸਨ ਪਲਾਨ ਦੇਖਣਾ ਕਿ ਕਿਵੇਂ ਬਣਦਾ ਤਾਂ ਉਹ ਵੀਡੀਓਜ਼ ਤੁਸੀਂ ਦੇਖ ਸਕਦੇ ਹੋ, ਉੱਥੋਂ ਤੁਹਾਨੂੰ ਹੋਰ ਅੰਦਾਜ਼ਾ ਲੱਗ ਜਾਵੇਗਾ। ਪੈਟਰਨ ਸਭ ਦਾ ਹੀ ਸੇਮ ਹੁੰਦਾ, ਬਟ ਉਹਦੇ ਵਿੱਚ ਜਿਹੜਾ ਲਿਖਣਾ ਹੁੰਦਾ, ਜੇਕਰ ਮਾਡਲ ਬਣਾਇਆ ਤਾਂ ਮਾਡਲ ਦੇ ਨਾਲ ਸੰਬੰਧਿਤ ਤੁਸੀਂ ਲਿਖਣਾ, ICT ਬਣਾਇਆ ਤਾਂ PPT ਦਾ ਲਿਖਣਾ ਹੋਊਗਾ, ਜੇਕਰ ਬਲੈਕ ਬੋਰਡ ਦਾ ਯੂਜ਼ ਕਰ ਰਹੇ ਹੋ ਤਾਂ ਬਲੈਕ ਬੋਰਡ ਵਗੈਰਾ ਲਿਖਣਾ ਹੋਊਗਾ। ਸੋ ਅਲੱਗ-ਅਲੱਗ ਹੁੰਦੇ ਆ, ਬਾਕੀ ਪੈਟਰਨ ਜਿਹੜਾ ਸਭ ਦਾ ਸੇਮ ਹੀ ਹੁੰਦਾ, ਬਸ ਲਿਖਣ ਦਾ ਜਿਹੜਾ ਸਕਿੱਲ ਆ ਉਹ ਡਿਫਰੈਂਟ ਹੁੰਦਾ ਹੈ। ਕੰਸਟਰਕਸ਼ਨ ਲੈਸਨ ਪਲੈਨਿੰਗ ਕਿਵੇਂ ਬਣਾਓਗੇ ਤੁਸੀਂ, ਕਿਵੇਂ ਪਹਿਲਾਂ ਸਧਾਰਨ ਸਮੱਗਰੀ ਲਿਖੋਗੇ, ਕਿਹੜੀਆਂ ਚੀਜ਼ਾਂ ਦਾ ਯੂਜ਼ ਕੀਤਾ ਜਾਂਦਾ ਹੈ। ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੈ। ਸਧਾਰਨ ਸਮੱਗਰੀ ਹੋ ਜਾਂਦਾ ਹੈ ਜਿਵੇਂ ਬਲੈਕ ਬੋਰਡ ਹੋਣਾ ਚਾਹੀਦਾ ਹੈ, ਹੈ ਨਾ, ਚਾਕ ਹੋਣੇ ਚਾਹੀਦੇ ਨੇ, ਝਾੜਨ ਹੋਣਾ ਚਾਹੀਦਾ ਹੈ, ਮਤਲਬ ਡਸਟਰ ਹੋਣਾ ਚਾਹੀਦਾ ਹੈ, ਠੀਕ ਹੈ। ਉਹ ਸਧਾਰਨ ਸਮੱਗਰੀ ਆ ਗਈ। ਵਿਸ਼ੇਸ਼ ਸਮੱਗਰੀ ਦੇ ਵਿੱਚ ਕੀ ਹੋਊਗਾ, ਤੁਹਾਡੇ ਕੋਲ ਤੁਸੀਂ ਜਿਹੜਾ ਵੀ ਟੌਪਿਕ ਕਰਾਉਣਾ ਉਹਦੇ ਨਾਲ ਸੰਬੰਧਿਤ ਤੁਸੀਂ ਕੀ ਲੈ ਕੇ ਜਾ ਰਹੇ ਹੋ, ਠੀਕ ਹੈ। PPT ਲੈ ਕੇ ਜਾ ਰਹੇ ਹੋ, ਮਾਡਲ ਲੈ ਕੇ ਜਾ ਰਹੇ ਹੋ, ਨਕਸ਼ੇ ਲੈ ਕੇ ਜਾ ਰਹੇ ਹੋ, ਗਲੋਬ ਲੈ ਕੇ ਜਾ ਰਹੇ ਹੋ, ਕੀ ਲੈ ਕੇ ਜਾ ਰਹੇ ਹੋ। ਵਿਸ਼ੇਸ਼ ਸਮੱਗਰੀ ਆਪਦੇ ਨਾਲ ਪੜ੍ਹਾਉਣ ਦੇ ਲਈ ਉਹ ਤਾਂ ਸਧਾਰਨ ਹੋ ਗਈ ਨਾ, ਚਾਕ ਤਾਂ ਹੋਣਗੇ ਹੀ, ਬਲੈਕ ਬੋਰਡ ਵੀ ਹੋਵੇਗਾ, ਡਸਟਰ ਵੀ ਹੋਵੇਗਾ। ਵਿਸ਼ੇਸ਼ ਸਮੱਗਰੀ ਦੇ ਵਿੱਚ ਕੀ ਲੈ ਕੇ ਜਾ ਰਹੇ ਹੋ ਤੁਸੀਂ। ਫਿਰ ਸਧਾਰਨ ਉਦੇਸ਼ ਕੀ ਨੇ ਤੁਹਾਡੇ ਇਸ ਟੌਪਿਕ ਨੂੰ ਕਰਾਉਣ ਦੇ, ਵਿਦਿਆਰਥੀ ਦਾ ਸਰਵਪੱਖੀ ਵਿਕਾਸ ਕਰਨਾ, ਵਿਦਿਆਰਥੀ ਨੂੰ ਜਿਹੜਾ ਵੀ ਟੌਪਿਕ ਆ ਉਹਦੇ ਬਾਰੇ ਦੇ ਵਿੱਚ ਜਿਹੜੀ ਗਿਆਨ ਦੇਣਾ, ਠੀਕ ਹੈ, ਇੱਦਾਂ। ਫਿਰ ਵਿਸ਼ੇਸ਼ ਉਦੇਸ਼ ਤੁਸੀਂ ਦੱਸੋਗੇ ਕਿਹੜੇ ਨੇ, ਠੀਕ ਹੈ। ਫਿਰ ਪੂਰਵ ਗਿਆਨ ਪ੍ਰੀਖਿਆ ਕਰੋਗੇ, ਇਹਦੇ ਵਿੱਚ PK ਟੈਸਟਿੰਗ ਕਰੋਗੇ, ਵਿਦਿਆਰਥੀ ਦੀ ਜਿਹੜੀ ਪ੍ਰੀਵੀਅਸ ਨੌਲੇਜ ਕਿੰਨੀ ਹੈ। ਤੁਸੀਂ ਇਹ ਨਹੀਂ ਹੈ ਕਲਾਸ ਦੇ ਵਿੱਚ ਗਏ ਤੇ ਸਿੱਧਾ ਜਾ ਕੇ ਤੁਸੀਂ ਜਿਹੜਾ ਕਰਵਾਉਣਾ ਸਟਾਰਟ ਕਲਾਸ ਦੇ ਵਿੱਚ ਕਰ ਦਿੱਤਾ, ਅਜਿਹਾ ਨਹੀਂ ਕਰੋਗੇ। ਤੁਸੀਂ ਪਹਿਲਾਂ ਕਲਾਸ ਦੇ ਵਿੱਚ ਜਾਓਗੇ, ਵਿਦਿਆਰਥੀ ਦਾ ਜਿਹੜਾ ਪੁਰਾਣਾ ਗਿਆਨ ਹੈ ਉਸ ਟੌਪਿਕ ਦੇ ਨਾਲ ਸੰਬੰਧਿਤ ਚੈੱਕ ਕਰੋਗੇ, ਉਹਨੂੰ ਛੋਟੇ ਕੁਐਸਚਨ ਪੁੱਛ ਕੇ ਉਹਦੇ ਬੇਸ ਦੇ ਆਧਾਰ 'ਤੇ ਤੁਸੀਂ ਜਿਹੜੀ ਨੌਲੇਜ ਦੇਣੀ ਕਲਾਸ ਦੇ ਵਿੱਚ ਸਟਾਰਟ ਕਰੋਗੇ। ਇਹ ਨਹੀਂ ਤੁਸੀਂ ਸਿੱਧਾ ਜਾ ਕੇ ਜਿਹੜਾ ਟੌਪਿਕ ਕਲਾਸ ਦੇ ਵਿੱਚ ਕਰਵਾਉਣਾ ਸਟਾਰਟ ਕਰ ਦਿੱਤਾ, ਕਿਉਂਕਿ ਬੱਚੇ ਛੋਟੇ ਨੇ ਤਾਂ ਉਹਨਾਂ ਦੀ ਪੁਰਾਣੀ ਨੌਲੇਜ ਉਹਨਾਂ ਦੀ ਜਾਣ ਕੇ ਫਿਰ ਅਗਲੀ ਜਿਹੜੀ ਨੌਲੇਜ ਤੁਸੀਂ ਦਿਓਗੇ। ਪੂਰਵ ਗਿਆਨ ਪ੍ਰੀਖਿਆ ਕਰੋਗੇ ਤੁਸੀਂ, ਪੂਰਵ ਗਿਆਨ ਦਾ ਦੇਖੋਗੇ ਕੀ ਹੈ, ਠੀਕ ਹੈ, ਉਹਦੇ ਲਈ ਨੌਲੇਜ ਲਓਗੇ। ਫਿਰ ਉਪ ਵਿਸ਼ੇ ਦੀ ਘੋਸ਼ਣਾ ਕਰੋਗੇ ਜੋ ਤੁਸੀਂ ਕਲਾਸ ਦੇ ਵਿੱਚ ਟੌਪਿਕ ਕਰਵਾਉਣਾ ਹੋਵੇਗਾ। ਸੋ ਫੁੱਲ ਵੀਡੀਓ ਬਣੀਆਂ ਹੋਈਆਂ ਨੇ ਲੈਸਨ ਪਲੈਨਿੰਗ ਤੇ, ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਹੈ, ਜੇਕਰ ਦੇਖਣਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਦੇਖ ਲਓ, ਠੀਕ ਹੈ। ਉਸ ਤੋਂ ਬਾਅਦ ਤੁਸੀਂ ਸਟਾਰਟ ਕਰਦੇ ਹੋ ਵਿਸ਼ਾ ਵਸਤੂ, ਵਿਦਿਆਰਥੀ ਅਧਿਆਪਕ ਕਿਰਿਆ, ਵਿਦਿਆਰਥੀ ਕਿਰਿਆ ਬਲੈਕ ਬੋਰਡ, ਠੀਕ ਹੈ। ਵਿਸ਼ਾ ਵਸਤੂ ਦੇ ਵਿੱਚ ਕਿਹੜਾ ਟੌਪਿਕ ਹੈ ਉਹ ਲਿਖੋਗੇ। ਵਿਦਿਆਰਥੀ ਅਧਿਆਪਕ ਕਿਰਿਆ ਕਿਸ ਵਿਧੀ ਦੇ ਰਾਹੀਂ, ਕਿਸ ਮੈਥਡ ਰਾਹੀਂ ਪੜ੍ਹਾ ਰਿਹਾ ਵਾ, ਠੀਕ ਹੈ, ਅਧਿਆਪਕ, ਉਹਨੂੰ ਲਿਖੋਗੇ। ਉਸ ਤੋਂ ਬਾਅਦ ਵਿਦਿਆਰਥੀ ਦੀ ਕੀ ਕਿਰਿਆ, ਉਹ ਸੁਣ ਰਿਹਾ ਹੈ, ਉਹ ਲਿਖ ਰਿਹਾ ਹੈ, ਉਹ ਕੁਐਸਚਨ ਪੁੱਛ ਰਿਹਾ ਹੈ, ਕਿ ਉਹ ਲਿਖੋਗੇ। ਉਸ ਤੋਂ ਬਾਅਦ ਬਲੈਕ ਬੋਰਡ ਕਿੱਥੇ ਤੁਸੀਂ ਯੂਜ਼ ਕੀਤਾ ਤਾਂ ਉਹ ਤੁਸੀਂ ਜਿਹੜੇ ਆ ਬਲੈਕ ਲਗਾ ਕੇ ਚਾਰਟ ਜੋ ਮਿਲ ਜਾਂਦੇ ਉਹ ਲਗਾ ਕੇ ਉਹਦੇ ਉੱਪਰ ਸਿਲਵਰ ਪੈਨ ਦੇ ਨਾਲ ਲਿਖਦੇ ਹੋ, ਠੀਕ ਹੈ।
ਤਾਂ ਉੱਦਾਂ ਪੂਰਾ ਇੱਕ ਬਣੇ ਹੋਏ ਆ ਲੈਸਨ ਪਲੈਨਿੰਗ, ਤਾਂ ਉੱਥੋਂ ਤੁਹਾਨੂੰ ਜ਼ਿਆਦਾ ਸਮਝ ਲੱਗ ਜਾਏਗੀ। ਟਾਈਮ ਥੋੜ੍ਹਾ, ਤਾਂ ਇਸ ਕਰਕੇ ਮੈਂ ਜ਼ਿਆਦਾ ਜਿਹੜੀ ਡਿਟੇਲ ਦੇ ਵਿੱਚ ਹੈ ਉਹ ਵੀਡੀਓ ਤੁਹਾਡੇ ਲਈ ਨਹੀਂ ਮੈਂ ਬਣਾਈ, ਸਿਰਫ ਤੁਹਾਨੂੰ ਇੱਕ ਦੇਣ ਦੇ ਲਈ ਸੈਂਪਲ ਦਿਖਾਇਆ ਹੈ ਮੈਂ। ਸੋ ਉਸ ਤੋਂ ਬਾਅਦ ਕੀ, ਉਹ ਸਾਰਾ ਕੁਝ ਕਰਵਾਉਣ ਤੋਂ ਬਾਅਦ, ਇਹ ਸਾਰੀਆਂ ਚੀਜ਼ਾਂ ਦੇਖਣ ਤੋਂ ਬਾਅਦ ਤੁਸੀਂ ਲਿਖੋਗੇ ਅੰਤਿਮ ਦੁਹਰਾਈ। ਅੰਤਿਮ ਦੁਹਰਾਈ ਦੇ ਵਿੱਚ ਤੁਸੀਂ ਜਿਹੜੇ ਕੁਐਸਚਨ ਪੁੱਛੋਗੇ, ਇੱਕ ਮੱਧ ਦੁਹਰਾਈ ਵੀ ਆਉਂਦੀ ਹੁੰਦੀ ਹੈ, ਜਿਹੜਾ ਵਿਸ਼ਾ ਵਸਤੂ ਵਿਦਿਆਰਥੀ ਅਧਿਆਪਕ ਕਿਰਿਆ ਲਿਖਿਆ ਹੈ, ਵਿਦਿਆਰਥੀ ਕਿਰਿਆ ਬਲੈਕ ਬੋਰਡ ਹੈ। ਅੱਧਾ ਜਦੋਂ ਤੁਸੀਂ ਟੌਪਿਕ ਕਰਵਾ ਲੈਣਾ, ਉੱਥੇ ਮੱਧ ਦੁਹਰਾਈ ਆਉਂਦੀ ਹੈ, ਜਿੰਦੇ ਵਿੱਚ ਤੁਸੀਂ ਕੁਐਸਚਨ ਪੁੱਛਦੇ ਹੋ ਵਿਦਿਆਰਥੀ ਨੂੰ ਜੋ ਵੀ ਕੁਝ ਕਰਵਾ ਲਿਆ ਹੁੰਦਾ ਹੈ, ਤੇ ਫਿਰ ਅਗਲੀ ਨੌਲੇਜ ਦਿੰਦੇ ਹੋ, ਤੇ ਐਂਡ ਤੇ ਜਾ ਕੇ ਅੰਤਿਮ ਦੁਹਰਾਈ ਕਰਦੇ ਹੋ, ਫਿਰ ਜਿਹੜਾ ਕੁਐਸਚਨ ਹੈ ਉਹ ਪੁੱਛਦੇ ਹੋ, ਫਿਰ ਮੁਲਾਂਕਣ ਐਂਡ ਤੇ ਕਰ ਦਿੰਦੇ ਹੋ, ਤੇ ਫਿਰ ਵਿਦਿਆਰਥੀ ਨੂੰ ਘਰ ਦਾ ਕੰਮ ਦੇ ਦਿੰਦੇ ਹੋ। ਹੁੰਦਾ ਇਹੀ ਹੈ ਪੈਟਰਨ। ਇਹਦਾ ਇੱਕ ਸਹੀ ਪੈਟਰਨ ਵੀ ਜਿਹੜਾ ਹੈ ਬਣਿਆ ਹੋਇਆ ਹੈ, ਤਾਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਆ, ਤੁਸੀਂ ਦੇਖ ਸਕਦੇ ਹੋ। ਸੋ ਬਹੁਤ ਵਧੀਆ ਤਰੀਕੇ ਦੇ ਨਾਲ ਮੈਂ ਲੈਸਨ ਪਲੈਨਿੰਗ ਦੀਆਂ ਵੀਡੀਓ ਮੈਂ ਅਪਲੋਡ ਕੀਤੀਆਂ ਹੋਈਆਂ ਨੇ, ਜ਼ਰੂਰ ਦੇਖ ਲਓ ਉਹਨਾਂ ਵੀਡੀਓ ਨੂੰ, ਆਈਡੀਆ ਤੁਹਾਨੂੰ ਲੱਗ ਜਾਵੇਗਾ। ਸੋ ਹੁਣ ਲਾਭ ਕੀ ਨੇ? ਕੰਸਟਰਕਟਿਵ ਅਪਰੋਚ ਦੇ, ਰਚਨਾਤਮਕ ਪਹੁੰਚ ਦੇ, ਫਸਟ ਗਿਆਨ ਦੇਣ ਦੇ ਵਿੱਚ ਸਹਾਈ ਹੈ, ਠੀਕ ਹੈ ਜੀ। ਸਮੇਂ ਤੇ ਸਿਲੇਬਸ ਪੂਰਾ ਕਰਵਾਉਣ ਦੇ ਵਿੱਚ ਸਹਾਈ ਹੈ, ਹਾਂਜੀ ਬਿਲਕੁਲ। ਵਿਦਿਆਰਥੀ ਅਧਿਆਪਕ ਲਈ ਮਹੱਤਵਪੂਰਨ ਹੈ, ਜੋ ਵਿਦਿਆਰਥੀ ਅਧਿਆਪਕ ਤੁਹਾਨੂੰ ਹੀ ਕਿਹਾ ਜਾਂਦਾ, ਜੋ ਬੀਐਡ ਕਰ ਰਿਹਾ ਵਿਦਿਆਰਥੀ ਅਧਿਆਪਕ ਬੋਲਿਆ ਜਾਂਦਾ ਹੈ। ਜਦ ਤੁਸੀਂ ਲੈਸਨ ਪਲਾਨ ਤਿਆਰ ਕਰੋਗੇ, ਲਿਖਣਾ ਹੋਗੇ ਉੱਤੇ ਵਿਦਿਆਰਥੀ ਅਧਿਆਪਕ ਦਾ ਰੋਲ ਨੰਬਰ, ਠੀਕ ਹੈ। ਵਿਦਿਆਰਥੀ ਅਧਿਆਪਕ ਤੁਸੀਂ ਹੋ, ਪਿਊਪਲ, ਠੀਕ ਹੈ। ਵਿਦਿਆਰਥੀ ਅਧਿਆਪਕ ਲਈ ਮਹੱਤਵਪੂਰਨ ਹੈ, ਬਹੁਤ ਜ਼ਿਆਦਾ ਮਹੱਤਵਪੂਰਨ ਹੈ, ਕਿਉਂਕਿ ਸਕਿੱਲ ਵਗੈਰਾ ਸਿੱਖਦਾ ਹੈ ਵਿਦਿਆਰਥੀ ਅਧਿਆਪਕ। ਵਿਦਿਆਰਥੀ ਅਧਿਆਪਕ ਦੇ ਕੰਮ ਨੂੰ ਆਸਾਨ ਬਣਾਉਂਦਾ ਹੈ, ਬਿਲਕੁਲ ਇਹ ਆਸਾਨ ਬਣਾ ਦਿੰਦਾ ਵਿਦਿਆਰਥੀ ਅਧਿਆਪਕ ਦੇ ਕੰਮ ਨੂੰ। ਅਧਿਆਪਨ ਵਿੱਚ ਬਹੁਤ ਜ਼ਿਆਦਾ ਸਹਾਈ ਹੈ ਲੈਸਨ ਪਲਾਨ, ਠੀਕ ਹੈ। ਰਚਨਾਤਮਕ ਪਹੁੰਚ, ਲੋੜ ਅਨੁਸਾਰ ਯੋਜਨਾ ਬਣਾਉਣ ਦੇ ਵਿੱਚ ਸਹਾਈ ਹੈ। ਜਿਹੋ ਜਿਹਾ ਆਪਾਂ ਲੈਸਨ ਪਲਾਨ, ਜਿਹੋ ਜਿਹੇ ਤਰੀਕੇ ਦੇ ਨਾਲ ਆਪਾਂ ਵਿਦਿਆਰਥੀ ਨੂੰ ਕਰਵਾਉਣਾ ਚਾਹੁੰਦੇ ਹਾਂ, ਉਸੇ ਤਰੀਕੇ ਦੀ ਜਿਹੜੀ ਵਰਤੋਂ ਹੈ ਆਪਾਂ ਕਰਕੇ, ਉਸੇ ਮੈਥਡ ਦਾ ਯੂਜ਼ ਕਰਕੇ ਆਪਾਂ ਜਿਹੜਾ ਹੈ ਲੈਸਨ ਪਲਾਨ ਹੈ ਉਹਨੂੰ ਰੈਡੀ ਕਰ ਸਕਦੇ ਹਾਂ। ਵਿਦਿਆਰਥੀ ਅਧਿਆਪਕ ਅੰਦਰ ਅਧਿਆਪਕ ਦੇ ਸਕਿੱਲ ਪੈਦਾ ਕਰਨ ਵਿੱਚ ਸਹਾਈ ਹੈ। ਸੋ ਵਿਦਿਆਰਥੀ ਅਧਿਆਪਕ ਹੈ, ਜੋ ਪਿਊਪਲ ਟੀਚਰ ਹੈ, ਉਹਦੇ ਵਿੱਚ ਟੀਚਰ ਦੇ ਜੋ ਸਕਿੱਲ ਹੈ ਉਹਨੂੰ ਪੈਦਾ ਕਰਨ ਦੇ ਵਿੱਚ ਬਹੁਤ ਜ਼ਿਆਦਾ ਸਹਾਈ ਹੈ। ਈਟੀਟੀ ਅਤੇ ਬੀਐਡ ਦੇ ਵਿਦਿਆਰਥੀਆਂ ਲਈ ਬਹੁਤ ਹੀ ਜ਼ਿਆਦਾ ਲਾਹੇਵੰਦ ਹੈ ਰਚਨਾਤਮਕ ਪਹੁੰਚ। ਸੋ ਇਹ ਸੀਗਾ ਜੀ ਤੁਹਾਡਾ ਏ ਪਾਰਟ ਪੂਰਾ ਕੰਪਲੀਟ ਹੋ ਗਿਆ ਹੈ। ਸੋ ਬੇਸਿਕਲੀ ਇਹਦੇ ਵਿੱਚ ਲੈਸਨ ਪਲਾਨ ਦੇ ਬਾਰੇ ਦੇ ਵਿੱਚ ਹੀ ਹੈ ਕਿ ਕਿਵੇਂ ਬਣਾਉਣਾ ਹੈ। ਤੁਸੀਂ ਸੋਸ਼ਲ ਸਟੱਡੀ ਦੇ ਨਾਲ ਸੰਬੰਧਿਤ ਕਰਕੇ ਲਿਖੋਗੇ। ਹਰਬਰਟ ਅਪਰੋਚ ਆ ਸਕਦੀ, ਤੁਹਾਨੂੰ RCM ਅਪਰੋਚ ਆ ਸਕਦੀ ਹੈ, ਕੰਸਟਰਕਟਿਵਿਸਟ ਅਪਰੋਚ ਆ ਸਕਦੀ ਹੈ। ਸੋ ਇਸ ਅਪਰੋਚ ਆ ਸਕਦੀ ਹੈ, ਸਿੱਧਾ ਵੀ ਤੁਹਾਨੂੰ ਕੁਐਸਚਨ ਆ ਸਕਦਾ ਹੈ। ਲੈਸਨ ਪਲਾਨ ਦੇ ਨੀਡ ਤੇ ਇੰਪੋਰਟੈਂਸ ਲਿਖੋ, ਤੇ ਮਿਕਸ ਕਰਕੇ ਵੀ ਤੁਹਾਨੂੰ ਆ ਸਕਦਾ। ਸੋ ਇਹ ਪਾਰਟ ਜਿਹੜਾ ਤੁਹਾਡਾ ਹੈ ਉਹ ਕੰਪਲੀਟ ਹੋ ਗਿਆ। ਨੈਕਸਟ ਆਪਾਂ ਚੱਲਦੇ ਹਾਂ ਜੀ ਬੀ ਪਾਰਟ ਤੇ। ਤੁਹਾਡਾ ਪਲੈਨਿੰਗ ਫॉर ਟੀਚਿੰਗ ਆਫ ਸੋਸ਼ਲ ਸਟੱਡੀਜ਼, ਐਨੂਅਲ ਪਲਾਨ, ਯੂਨਿਟ ਪਲਾਨ, ਲੈਸਨ ਪਲਾਨ, ਸ਼ਾਰਟ ਡਾਇਰੀ ਲੈਸਨ ਪਲਾਨ। ਸੋ ਇਹਨਾਂ ਦੇ ਬਾਰੇ ਦੇ ਵਿੱਚ ਵੀ ਵੀਡੀਓ ਆਲਰੇਡੀ ਜਿਹੜੀਆਂ ਬਣੀਆਂ ਹੋਈਆਂ ਨੇ, ਜਿਵੇਂ ਸ਼ਾਰਟ ਡਾਇਰੀ ਲੈਸਨ ਪਲਾਨ ਵੀ ਬਣੇ ਹੋਏ ਨੇ, ਠੀਕ ਹੈ। ਉਹਦੇ ਵੀ ਐਗਜ਼ਾਮਪਲ ਥਰੂ ਵਿਦ ਲੈਸਨ ਪਲਾਨ ਪੂਰਾ ਬਣਿਆ ਹੋਇਆ ਹੈ, ਉਹ ਵੀ ਤੁਸੀਂ ਦੇਖ ਸਕਦੇ ਹੋ, ਠੀਕ ਹੈ। ਉਹਦੇ ਬਾਅਦ ਜਿਹੜਾ 3rd ਨੰਬਰ 'ਤੇ ਲਿਖਿਆ ਲੈਸਨ ਪਲਾਨ, ਇਹ ਵੀ ਬਣੇ ਹੋਏ ਨੇ। ਸੋ ਐਨੂਅਲ ਪਲਾਨ ਤੇ ਯੂਨਿਟ ਪਲਾਨ ਦੇ ਬਾਰੇ ਵਿੱਚ ਆਪਾਂ ਗੱਲ ਕਰਦੇ ਹਾਂ। ਸਮਾਜਿਕ ਅਧਿਐਨ ਦੇ ਅਧਿਆਪਨ ਲਈ ਯੋਜਨਾ, ਸਾਲਾਨਾ ਯੋਜਨਾ, ਇਕਾਈ ਯੋਜਨਾ, ਪਾਠ ਯੋਜਨਾ ਅਤੇ ਛੋਟੀ ਡਾਇਰੀ ਪਾਠ ਯੋਜਨਾ। ਸਾਲਾਨਾ ਯੋਜਨਾ ਜਿੰਨਾ ਜਿਹੜਾ ਤਾਂ ਪਾਠਕ੍ਰਮ ਹੁੰਦਾ ਨਾ, ਕੁਰੀਕਲਮਸ 1 ਸਾਲ ਦੇ ਲਈ, ਉਹਦੀ ਗੱਲ ਇੱਥੇ ਕੀਤੀ ਗਈ ਹੈ ਸਾਲਾਨਾ ਯੋਜਨਾ, ਠੀਕ ਹੈ। ਇੱਕ ਸਾਲਾਨਾ ਯੋਜਨਾ ਹੁੰਦੀ ਹੈ ਤਾਂ ਫਿਰ ਹੀ ਜਿਹੜਾ ਵਿਦਿਆਰਥੀ ਉਹ ਜਮਾਤ ਦੇ ਵਿੱਚ ਪੜ੍ਹ ਪਾਉਂਦਾ ਹੈ। ਜੇਕਰ ਸਾਲਾਨਾ ਯੋਜਨਾ ਹੀ ਨਾ ਹੋਊਗੀ, ਐਨੂਅਲ ਪਲਾਨ ਹੀ ਨਹੀਂ ਹੋਊਗਾ, ਤਾਂ ਫਿਰ ਵਿਦਿਆਰਥੀ ਨੂੰ ਸਿੱਖਿਆ ਕੀ ਦਿੱਤੀ ਜਾਵੇਗੀ, ਉਹਦੇ ਬਾਰੇ ਵਿੱਚ ਕੋਈ ਵੀ ਸਪਸ਼ਟਤਾ ਨਹੀਂ ਹੋਵੇਗੀ। ਸੋ ਸਾਲਾਨਾ ਯੋਜਨਾ ਦੇ ਵਿੱਚ ਜੋ ਕੁਰੀਕਲਮਸ ਹੈ, ਪਾਠਕ੍ਰਮ ਹੈ, ਉਹਦੀ ਗੱਲ ਇੱਥੇ ਕਰ ਰਹੇ ਨੇ। ਉਸ ਤੋਂ ਬਾਅਦ ਯੂਨਿਟ ਪਲਾਨ ਇਕਾਈ ਯੋਜਨਾ। ਹੁਣ ਤੁਹਾਡੇ ਵੀ ਤਾਂ ਯੂਨਿਟ ਬਣੇ ਹੋਏ ਨੇ ਹਰ ਇੱਕ ਸਿਲੇਬਸ ਦੇ ਵਿੱਚ, ਯੂਨਿਟ 1, ਯੂਨਿਟ 2, ਯੂਨਿਟ 3, ਯੂਨਿਟ 4, ਉਹਦੀ ਗੱਲ ਕੀਤੀ ਗਈ ਹੈ ਕਿ ਸਿਲੇਬਸ ਉਹਦੇ ਲਈ ਵੀ ਯੋਜਨਾ ਬਣਾਈ ਜਾਂਦੀ ਹੈ ਕਿ ਇਸ ਯੂਨਿਟ ਦੇ ਵਿੱਚ ਇਹਦੇ ਨਾਲ ਸੰਬੰਧਿਤ ਕਰਕੇ ਜਿਹੜਾ ਵਿਦਿਆਰਥੀ ਗਿਆਨ ਲਵੇਗਾ, ਅਗਲੇ ਯੂਨਿਟ ਦੇ ਵਿੱਚ ਇਹਦੇ ਨਾਲ ਸੰਬੰਧਿਤ ਕਰਕੇ ਗਿਆਨ ਹੋਵੇਗਾ। ਸੋ ਅਲੱਗ-ਅਲੱਗ ਉਹਨਾਂ ਨੇ ਵੰਡੀ ਹੋਈ ਹੈ ਨੌਲੇਜ, ਹੈ ਨਾ। ਜਿਵੇਂ ਫਸਟ ਦੇ ਵਿੱਚ ਸਾਰਾ ਲੈਸਨ ਪਲਾਨ ਦੇ ਨਾਲ ਸੰਬੰਧਿਤ ਹੈ, ਸੈਕਿੰਡ ਦੇ ਵਿੱਚ ਉਹਦੇ ਟੀਚਰ ਦੇ ਨਾਲ ਸੰਬੰਧਿਤ ਹੈ, ਰੂਮ ਦੇ ਨਾਲ ਸੰਬੰਧਿਤ ਹੈ, ਟੈਕਸਟ ਬੁੱਕ ਦੇ ਨਾਲ ਸੰਬੰਧਿਤ ਹੈ,
ਥਰਡ ਦੇ ਵਿੱਚ ਅਸੈਸਮੈਂਟ ਦੇ ਨਾਲ ਸਾਰੀ ਸੰਬੰਧਿਤ ਪਾਤਾ ਤੇ ਫੋਰਥ ਦੇ ਵਿੱਚ ਇਹਨਾਂ ਨੇ ਜਿਹੜਾ ਕੰਟੈਂਟ ਪਾ ਦਿੱਤਾ NCERT ਟੈਕਸਟ ਬੁੱਕਸ ਦੇ ਵਿੱਚੋਂ। ਸੋ ਜਿਹੜੀ ਉਸ ਇਕਾਈ ਯੋਜਨਾ ਦੀ ਇੱਥੇ ਗੱਲ ਹੋਈ ਹੈ। ਤੇ ਪਾਠ ਯੋਜਨਾ ਲੈਸਨ ਪਲਾਨ ਜੋ ਸਿੰਪਲ ਹਰ ਕੋਈ ਵੀ ਹੋ ਸਕਦਾ, ਠੀਕ ਹੈ। ਛੋਟੀ ਡਾਇਰੀ ਪਾਠ ਯੋਜਨਾ ਜਿਹਦੇ ਵਿੱਚ ਡਾਇਰੀ ਹੁੰਦੀ ਹੈ, ਉਹਦੇ ਵਿੱਚੋਂ ਜਿਹੜੀ ਆ ਆਪਦੀ ਜਿਹੜੀ ਯੋਜਨਾ ਇੱਕ ਟੀਚਰ